ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਹਰ ਰੋਜ਼ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦੀ ਯਤਨ ਕਰ ਰਹੇ ਹਾਂ, ਜਿਸ ਕਰਕੇ ਜ਼ਿੰਦਗੀ ਅੰਦਰ ਸੁਖ ਸ਼ਾਂਤੀ, ਆਨੰਦ ਖੇੜਾ, ਪ੍ਰਸੰਨਤਾ, ਚੜ੍ਹਦੀ ਕਲਾ ਪੈਦਾ ਹੋਵੇ ਔਰ ਅਸੀਂ ਆਤਮਿਕ ਜ਼ਿੰਦਗੀ ਜੀ ਸਕੀਏ ਔਰ ਜੀਵਨ ਮੁਕਤੀ ਦਾ ਆਨੰਦ ਮਾਣ ਸਕੀਏ। ਅੱਜ 12ਵੇਂ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ ਤੇ ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1378 ਤੇ ਅੰਕਿਤ ਹੈ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਜਿਵੇਂ ਲੱਲੇ ਦੀ ਬਿਹਾਰੀ ਨਾਲ ਬਿੰਦੀ ਲੱਗੀ ਹੋਈ ਨਾ ਕਾਲੀ, ਐਵੇਂ ਹੀ ਧੌਲੀ ਦੇ ਨਾਲ ਵੀ ਬਿਹਾਰੀ ਨਾਲ ਬਿੰਦੀ ਲਗਾਣੀ ਹੈ, ਧੌਲੀ ਉਚਾਰਨ ਵੀਰੇ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਈ। ਕਾਲੀ ਦਾ ਮਤਲਬ ਜਦੋਂ ਕੇਸ ਕਾਲੇ ਹੁੰਦੇ ਨੇ, ਯਾਨੀ ਜਦੋਂ ਜਵਾਨੀ ਹੁੰਦੀ ਹੈ। ਧੌਲੀ ਦਾ ਮਤਲਬ ਜਦੋਂ ਵਾਲ ਚਿੱਟੇ ਹੋ ਜਾਂਦੇ ਨੇ, ਯਾਨੀ ਬੁਢੇਪਾ ਆ ਜਾਂਦਾ। ਤਾਂ ਬਾਬਾ ਫਰੀਦ ਜੀ ਇੱਥੇ ਸਮਝਾ ਰਹੇ ਹਨ ਕਿ ਹੇ ਫਰੀਦ ਆਖ ਕਿ ਜਿਨ੍ਹਾਂ ਨੇ ਕਾਲੇ ਕੇਸਾਂ ਵਿੱਚ ਪ੍ਰਭੂ ਮਿਲਾਪ ਦਾ ਆਨੰਦ ਨਹੀਂ ਮਾਣਿਆ, ਯਾਨੀ ਬਚਪਨ ਵਿੱਚ ਵੀ ਜਵਾਨੀ ਵਿੱਚ ਵੀ ਵਿਕਾਰਾਂ ਦੇ ਵਿੱਚ ਲੱਗੇ ਰਹੇ, ਬੰਨ ਉਠਾਈ ਪੋਟਲੀ, ਦੁਨੀਆ ਦੇ ਮੋਹ ਦੀ, ਵਿਕਾਰਾਂ ਦੀ ਪੋਟਲੀ ਬੰਨ ਕੇ ਤੁਰੇ ਫਿਰੇ। ਧੌਲੀ ਰਾਵੇ ਕੋਏ, ਉਹਨਾਂ ਦੇ ਵਿੱਚੋਂ ਕੋਈ ਵਿਰਲਾ ਹੁੰਦਾ ਹੈ ਜੋ ਬੁਢੇਪੇ ਦੇ ਅੰਦਰ ਆ ਕੇ ਰੱਬੀ ਗੁਣਾਂ ਦੇ ਨਾਲ ਜੁੜ ਜਾਂਦਾ ਹੈ ਔਰ ਵਿਕਾਰਾਂ ਨੂੰ ਛੱਡ ਦਿੰਦਾ ਹੈ, ਤੇ ਜਿਹੜੀ ਜਗਤ ਦੇ ਮੋਹ ਦੀ ਪੋਟਲੀ ਚੁੱਕੀ ਹੁੰਦੀ ਉਹਨੂੰ ਸੁੱਟ ਮਾਰਦਾ ਹੈ। ਕੋਈ ਵਿਰਲਾ ਹੁੰਦਾ ਹੈ, ਮਤਲਬ ਬਹੁਤਾਤ ਗਿਣਤੀ ਉਸੇ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰ ਦਿੰਦੀ ਹੈ, ਜਵਾਨੀ ਵੀ, ਬਚਪਨ ਵੀ, ਬੁਢੇਪਾ ਵੀ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਸ਼ੁਭ ਗੁਣਾਂ ਤੋਂ ਸਖਣੇ ਰਹਿ ਕੇ ਬਚਪਨਾ, ਜਵਾਨੀ, ਬੁਢੇਪਾ ਬਹੁਤੇ ਲੋਕ ਐਵੇਂ ਹੀ ਗਵਾ ਦਿੰਦੇ ਨੇ। ਕੁਝ ਲੋਕ ਨੇ ਜੋ ਜਵਾਨੀ ਨਿਕਲਣ ਤੋਂ ਬਾਅਦ ਰੱਬੀ ਗੁਣਾਂ ਦੇ ਨਾਲ ਜੁੜਦੇ ਨੇ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਨਵੇਲਾ ਦਾ ਮਤਲਬ ਨਵਾਂ, ਪਿਰਹੜੀ ਦਾ ਮਤਲਬ ਪਿਆਰ, ਰੰਗ ਦਾ ਮਤਲਬ ਵੀ ਪਿਆਰ ਹੈ। ਤੂੰ ਸਾਈਂ ਦੇ ਨਾਲ ਪਿਆਰ ਕਰ, ਕਰ ਸਾਈਂ ਸਿਉ ਪਿਰਹੜੀ, ਰੱਬ ਦੇ ਨਾਲ ਪਿਆਰ ਕਰ, ਰੱਬੀ ਗੁਣਾਂ ਦੇ ਨਾਲ ਪਿਆਰ ਪਾ, ਰੱਬੀ ਰਜਾ ਭਾਣੇ ਦੇ ਨਾਲ ਪਿਆਰ ਪਾ। ਰੰਗ ਨਵੇਲਾ ਹੋਏ ਦਾ ਮਤਲਬ ਇਹ ਜਿਹੜਾ ਪਿਆਰ ਹੈ ਨਾ, ਇਹ ਨਿਤ ਨਵਾਂ ਰਹੇਗਾ, ਇਹਦੇ ਅੰਦਰ ਪੁਰਾਤਨਤਾ ਨਹੀਂ ਆਏਗੀ। ਇੱਥੇ ਚੀਜ਼ ਨੂੰ ਥੋੜਾ ਜਿਹਾ ਸਮਝਣਾ ਹੈ, ਕਿਉਂਕਿ ਬੰਦਾ ਹਰ ਵਕਤ ਨਵੀਂ ਚੀਜ਼ ਚਾਹੁੰਦਾ ਹੈ, ਨਵਾਂ ਸੁੱਖ ਚਾਹੁੰਦਾ ਹੈ। ਜਦੋਂ ਕੋਈ ਚੀਜ਼ ਨਵੀਂ ਖਰੀਦਦਾ ਹੈ, ਉਹਦੇ ਨਾਲ ਇਹਦਾ ਬੜਾ ਪਿਆਰ ਹੁੰਦਾ ਹੈ, ਇਹਨੂੰ ਬੜੀ ਖੁਸ਼ੀ ਹੁੰਦੀ ਹੈ। ਲੇਕਿਨ ਜਦੋਂ ਉਹੀ ਚੀਜ਼ ਪੁਰਾਣੀ ਹੋ ਜਾਏ ਤਾਂ ਫਿਰ ਇਹ ਉਸ ਨੂੰ ਵੇਚਦਾ ਹੈ ਜਾਂ ਰੱਦ ਕਰਦਾ ਹੈ, ਤੇ ਫਿਰ ਨਵੀਂ ਚੀਜ਼ ਲੈਣਾ ਚਾਹੁੰਦਾ ਹੈ। ਅਸੀਂ ਦੇਖਦੇ ਹਾਂ, ਜੇ ਅਸੀਂ ਆਪਣੇ ਵੱਲ ਦੇਖੀਏ, ਅਸੀਂ ਆਮ ਮੋਬਾਈਲ ਫੋਨ ਯੂਜ਼ ਕਰਦੇ ਹਾਂ ਤੇ ਮੋਬਾਈਲ ਫੋਨ ਦੇ ਅੰਦਰ ਵੀਡੀਓ ਕਾਲਿੰਗ ਵੀ ਹੋ ਰਹੀ ਹੈ, ਬਾਕੀ ਦਾ ਵੀ ਸਾਡਾ ਸਾਰਾ ਉਹ ਕੰਮ ਕਰ ਰਿਹਾ ਹੈ ਜੋ ਸਾਨੂੰ ਚਾਹੀਦਾ ਹੈ। ਲੇਕਿਨ ਅਗਲੇ ਸਾਲ ਵਿੱਚ ਮਾਡਲ ਨਵਾਂ ਆ ਜਾਂਦਾ ਤੇ ਅਸੀਂ ਫਿਰ ਉਹ ਨਵਾਂ ਮਾਡਲ ਲੈਣ ਦੀ ਚਾਹਤ ਹਰ ਇੱਕ ਦੇ ਮਨ ਵਿੱਚ ਹੁੰਦੀ ਹੈ ਔਰ ਹਰ ਬੰਦਾ ਕਰੀਬ ਖਰੀਦ ਲੈਂਦਾ, ਬੇਸ਼ੱਕ ਉਹਨੂੰ ਲੋੜ ਨਾ ਵੀ ਹੋਵੇ, ਕਿਉਂਕਿ ਉਹ ਕੁਝ ਨਵੇਂ ਦਾ ਸੁੱਖ ਮੰਨਣਾ ਚਾਹੁੰਦਾ। ਹੁਣ ਇਸੇ ਤਰ੍ਹਾਂ ਦੁਨੀਆ ਦਾ ਮੋਹ ਪਿਆਰ ਹੈ। ਕਿੰਨੇ ਸਾਰੇ ਅਸੀਂ ਰਿਸ਼ਤੇ ਬਣਾਉਂਦੇ ਆ, ਲੇਕਿਨ ਉਹ ਸਾਡੇ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ। ਅਸੀਂ ਦੂਜਿਆਂ ਦੇ ਨਾਲ ਜੋੜਦੇ ਰਹਿੰਦੇ ਆ ਪਿਆਰ, ਪਿਛਲਿਆਂ ਦੇ ਨਾਲ ਟੁੱਟਦੇ ਰਹਿੰਦੇ ਨੇ। ਯਾਨੀ ਬੰਦਾ ਨਵੀਂ ਚੀਜ਼ ਦੇ ਨਾਲ ਖੁਸ਼ ਹੁੰਦਾ। ਤੇ ਜੇ ਅਸੀਂ ਸदैव ਖੁਸ਼ੀ ਚਾਹੁੰਦੇ ਆ ਤਾਂ ਸਾਨੂੰ ਪਿਆਰ ਵੀ ਐਸਾ ਚਾਹੀਦਾ ਜਿਸ ਪਿਆਰ ਤੋਂ ਹਰ ਵਕਤ ਨਵੀਂ ਖੁਸ਼ੀ ਮਿਲੇ। ਤੇ ਗੁਰੂ ਜੀ ਕਹਿੰਦੇ ਨੇ ਜੋ ਇਹ ਰੱਬੀ ਪਿਆਰ ਹੈ ਨਾ, ਰੱਬੀ ਗੁਣਾਂ ਦਾ, ਇਹ ਪਿਆਰ ਹਮੇਸ਼ਾ ਨਵਾਂ ਹੈ,
ਇਹ ਗੁਣਾਂ ਦੇ ਨਾਲ ਜੇ ਪ੍ਰੀਤ ਪਾਓਗੇ ਤਾਂ ਜ਼ਿੰਦਗੀ ਦੇ ਅੰਦਰ ਹਰ ਪਲ ਨਵੀਂ ਖੁਸ਼ੀ ਮਿਲੇਗੀ। ਇਹ ਪਿਆਰ ਨੇ ਕਦੇ ਪੁਰਾਣਾ ਨਹੀਂ ਹੋਣਾ। ਗੁਣਾਂ ਦੇ ਨਾਲ ਪਿਆਰ ਪਾਓਗੇ ਤੇ ਗੁਣਾਂ ਦੇ ਨਾਲ ਪਿਆਰ ਪਾਇਆ ਕਦੇ ਜ਼ਿੰਦਗੀ ਦੇ ਅੰਦਰ ਪਛਤਾਵਾ ਨਹੀਂ ਹੋਣਾ। ਜੇ ਅੱਜ ਸੱਚ ਬੋਲਿਆਂ ਖੁਸ਼ੀ ਮਿਲੀ ਤੇ ਕੱਲ ਨੂੰ ਸੱਚ ਬੋਲਿਆਂ ਵੀ ਖੁਸ਼ੀ ਮਿਲੇਗੀ। ਪਿਆਰ ਕੀਤਿਆਂ ਖੁਸ਼ੀ ਮਿਲੇਗੀ, ਦਇਆ ਕੀਤਿਆਂ ਖੁਸ਼ੀ ਮਿਲੇਗੀ, ਸੰਤੋਖ ਚੋਂ ਹਰ ਪਲ ਨਵੀਂ ਖੁਸ਼ੀ ਮਿਲੇਗੀ। ਤਾਂ ਬਾਬਾ ਫਰੀਦ ਜੀ ਦੋ ਗੱਲਾਂ ਕਹਿ ਰਹੇ ਨੇ ਕਿ ਬਹੁਤਾਤ ਗਿਣਤੀ ਜੋ ਹੈ ਕਾਲੀ ਜਿਨੀ ਨਾ ਰਾਵਿਆ, ਜਿਨ੍ਹਾਂ ਨੇ ਬਚਪਨ ਔਰ ਜਵਾਨੀ ਵਿੱਚ ਪ੍ਰਭੂ ਦੇ ਗੁਣ ਨਹੀਂ ਗਾਏ, ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜੇ, ਔਰ ਮਨ ਉਠਾਈ ਪੋਟਲੀ ਸਿਰ ਦੇ ਉੱਤੇ ਯਾਨੀ ਮਸਤਕ ਦੇ ਅੰਦਰ ਮਨ ਬੁੱਧੀ ਦੇ ਵਿੱਚ ਵਿਕਾਰਾਂ ਦੀ ਪੰਡ ਹੀ ਬੰਨੀ ਰੱਖੀ, ਵਿਕਾਰਾਂ ਦੇ ਲੇਖ ਹੀ ਲਿਖਦੇ ਰਹੇ। ਤਾਂ ਬਜ਼ੁਰਗ ਹੋ ਕੇ ਜਦੋਂ ਬੁੱਢੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਜਿਹੜਾ ਹੈ ਨਾ ਉਹ ਸੱਚ ਦੇ ਨਾਲ ਜੁੜਦਾ ਹੈ, ਬਹੁਤੇ ਨਹੀਂ ਜੁੜਦੇ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਨੇ ਰੱਬੀ ਗੁਣਾਂ ਦੇ ਨਾਲ ਪਿਆਰ ਪਾਓ, ਕਿਉਂਕਿ ਇਹ ਪਿਆਰ ਹਮੇਸ਼ਾ ਨਵਾਂ ਹੈ। ਪਰ ਇੱਥੇ ਹੁਣ ਥੋੜੀ ਜਿਹੀ ਨਾ ਕਨਫਿਊਜ਼ਨ ਹੋ ਸਕਦੀ ਹੈ ਕਿਸੇ ਬੰਦੇ ਦੇ ਅੰਦਰ ਕਿ ਰੱਬ ਨੂੰ ਸਿਰਫ ਰੱਬੀ ਗੁਣਾਂ ਦਾ ਆਨੰਦ ਸਿਰਫ ਜਵਾਨੀ ਔਰ ਬਚਪਨੇ ਵਿੱਚ ਹੀ ਮਾਣਿਆ ਜਾ ਸਕਦਾ ਹੈ, ਕੀ ਬੁਢੇਪੇ ਵਿੱਚ ਨਹੀਂ ਮਾਣਿਆ ਜਾ ਸਕਦਾ? ਜਾਂ ਬੁਢੇਪੇ ਵਿੱਚ ਹੀ ਮਾਣਿਆ ਜਾ ਸਕਦਾ, ਜਵਾਨੀ ਵਿੱਚ ਨਹੀਂ ਮਾਣਿਆ ਜਾ ਸਕਦਾ? ਕਈ ਲੋਕ ਕਹਿ ਦਿੰਦੇ ਨਾ ਬਜ਼ੁਰਗ ਹੋ ਕੇ ਬੁੱਢੇ ਹੋ ਕੇ ਨਾਮ ਹੀ ਜਪਣਾ, ਅੰਮ੍ਰਿਤ ਹੀ ਛਕਣਾ, ਹਾਲੀ ਖਾਣ ਪੀਣ ਦਾ ਵੇਲਾ ਹੈ, ਕਈ ਕੁਛ ਐਸੇ ਆਉਂਦੇ ਨੇ ਨਾ ਬਚਨ। ਤਾਂ ਜੋ ਅਗਲਾ ਸ਼ਲੋਕ ਹੈ ਉਹਦੇ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਚੀਜ਼ ਨੂੰ ਥੋੜਾ ਹੋਰ ਖੋਲ ਕੇ ਸਮਝਾ ਦਿੱਤਾ ਹੈ। ਇਸ ਸ਼ਲੋਕ ਨੂੰ ਹੋਰ ਖੋਲ ਕੇ ਸਮਝਾਇਆ ਜਿਸ ਕਰਕੇ ਕਿਸੇ ਦੇ ਮਨ ਦੇ ਅੰਦਰ ਕਨਫਿਊਜ਼ਨ ਨਾ ਰਹੇ। ਕਨਫਿਊਜ਼ਨ ਇਸ ਸ਼ਲੋਕ ਵਿੱਚ ਵੀ ਨਹੀਂ ਹੈ, ਲੇਕਿਨ ਹੋ ਸਕਦਾ ਹੈ ਕਿਸੇ ਨੂੰ ਭੁਲੇਖਾ ਪੈ ਜਾਏ, ਕਿਉਂਕਿ ਬਾਬਾ ਫਰੀਦ ਜੀ ਕਹਿ ਰਹੇ ਨੇ ਧੌਲੀ ਰਾਵੇ ਕੋਈ ਵਿਰਲਾ। ਤਾਂ ਇੱਥੇ ਪੋਸੀਬਿਲਿਟੀ ਹੈ ਕਿ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਪ੍ਰਭੂ ਦੇ ਗੁਣ ਨਹੀਂ ਗਾਏ, ਬਚਪਨ ਵਿੱਚ ਨਹੀਂ ਗਾਏ, ਤੇ ਜ਼ਰੂਰੀ ਨਹੀਂ ਕਿ ਉਹ ਬੁਢੇਪਾ ਵੀ ਐਵੇਂ ਗੁਜ਼ਾਰ ਦੇਣਗੇ। ਉਹਨਾਂ ਦੇ ਵਿੱਚ ਪੋਸੀਬਿਲਿਟੀ ਹੈ ਕਿ ਕਈ ਵਿਰਲੇ ਨੇ ਜਿਹੜੇ ਉਹ ਫਿਰ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਨੇ, ਸੱਚ ਦੇ ਨਾਲ ਜੁੜ ਜਾਂਦੇ ਨੇ। ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇਸ ਚੀਜ਼ ਨੂੰ ਹੋਰ ਖੋਲ ਕੇ ਸਮਝਾ ਰਹੇ ਨੇ। ਆਮ ਕਰਕੇ ਜਿਹੜਾ ਕਈ ਵਾਰ ਬਜ਼ੁਰਗਾਂ ਦੇ ਅੰਦਰ ਨਿਰਾਸ਼ਤਾ ਪੈਦਾ ਹੋ ਜਾਂਦੀ ਹੈ ਕਿ ਸ਼ਾਇਦ ਅਸੀਂ ਜਵਾਨੀ ਦੇ ਵਿੱਚ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜੇ, ਤਾਂ ਹੁਣ ਅਸੀਂ ਬਜ਼ੁਰਗ ਅਵਸਥਾ ਵਿੱਚ ਤੇ ਕੁਝ ਵੀ ਨਹੀਂ ਕਰ ਸਕਦੇ। ਨਿਰਾਸ਼ਤਾ ਪੈਦਾ ਹੋ ਸਕਦੀ ਹੈ ਨਾ, ਔਰ ਨਿਰਾਸ਼ਤਾ ਹੁੰਦੀ ਵੀ ਹੈ। ਆਮ ਬੰਦੇ ਕਹਿੰਦੇ ਵੀ ਨੇ ਕਿ ਹੁਣ ਕੀ ਹੋਣਾ ਹੈ, ਹੁਣ ਤੇ ਗੋਡੇ ਨਹੀਂ ਉੱਠਦੇ, ਲੱਕ ਨਹੀਂ ਉੱਠਦਾ, ਹੁਣ ਤੇ ਬੋਲਿਆ ਨਹੀਂ ਜਾਂਦਾ, ਸੁਣਿਆ ਨਹੀਂ ਜਾਂਦਾ, ਹੱਥਾਂ ਦੇ ਨਾਲ ਕੁਝ ਕੀਤਾ ਨਹੀਂ ਜਾਂਦਾ, ਹੁਣ ਤਾਂ ਕੁਝ ਵੀ ਨਹੀਂ ਹੋ ਸਕਦਾ। ਆਮ ਬੰਦੇ ਨਿਰਾਸ਼ ਹੋ ਵੀ ਜਾਂਦੇ ਨੇ। ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਨਿਰਾਸ਼ਤਾ ਨੂੰ ਵੀ ਦੂਰ ਕਰ ਰਹੇ ਨੇ ਔਰ ਸਾਨੂੰ ਸਮਝਾਉਂਦੇ ਨੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਤਾਂ ਗੁਰਦੇਵ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਚਾਹੇ ਕਾਲੇ ਵਾਲ ਨੇ ਜਾਂ ਧੌਲੇ ਵਾਲ ਨੇ, ਯਾਨੀ ਬਚਪਨ ਜਵਾਨੀ ਹੈ ਜਾਂ ਬੁਢੇਪਾ ਹੈ, ਸਾਹਿਬ ਸਦਾ ਹੈ ਦਾ ਮਤਲਬ ਰੱਬ ਤਾਂ ਹਰ ਵਕਤ ਹੈ, ਹਰ ਥਾਂ ਤੇ ਹੈ, ਹਰ ਪਲ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਔਰ ਜਿਹੜੇ ਸ਼ੁਭ ਗੁਣ ਨੇ ਉਹ ਵੀ ਹਰ ਥਾਂ ਦੇ ਉੱਤੇ ਹਰ ਵਕਤ ਮੌਜੂਦ ਨੇ ਔਰ ਹਰ ਇਨਸਾਨ ਦੇ ਅੰਦਰ ਮੌਜੂਦ ਨੇ। ਤੇ ਦੂਜੀ ਗੱਲ ਕਿ ਹਰ ਇਨਸਾਨ ਦੇ ਅੰਦਰ ਹਰ ਵਕਤ ਹਰ ਸਮੇਂ ਪੋਸੀਬਿਲਿਟੀ ਹੈ, ਸੰਭਾਵਨਾ ਹੈ ਕਿ ਉਹ ਆਪਣੇ ਅੰਦਰ ਦੇ ਸ਼ੁਭ ਗੁਣਾਂ ਨੂੰ ਕਦੇ ਵੀ ਯੂਜ਼ ਕਰ ਸਕਦਾ ਹੈ, ਜਦੋਂ ਜੀ ਚਾਹੇ ਉਦੋਂ ਕਰ ਸਕਦਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਬੰਦਾ ਚਾਹੇ ਤਾਂ ਜਵਾਨੀ ਵਿੱਚ ਵੀ ਔਰ ਬੁਢੇਪੇ ਦੇ ਅੰਦਰ ਵੀ ਪ੍ਰਭੂ ਦੇ ਨਾਲ ਚਿੱਤ ਜੋੜਿਆ ਜਾ ਸਕਦਾ ਹੈ, ਜੇ ਕੋਈ ਚਿੱਤ ਕਰੇ, ਜੇ ਕੋਈ ਆਪਣੇ ਚਿੱਤ ਦੇ ਅੰਦਰ ਟਿਕਾਏ, ਜੇ ਇਸ ਗੱਲ ਦਾ ਵਿਸ਼ਵਾਸ ਕਰ ਲਵੇ, ਜੇ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਵੇ,
ਤਾਂ ਕਾਲੀ ਧੌਲੀ ਸਾਹਿਬ ਸਦਾ ਹੈ। ਸਾਹਿਬ ਤਾਂ ਹਮੇਸ਼ਾ ਹੀ ਹੈ, ਚਾਹੇ ਤੁਹਾਡਾ ਬਚਪਨਾ ਹੈ, ਚਾਹੇ ਤੁਹਾਡੀ ਜਵਾਨੀ ਹੈ ਜਾਂ ਬੁਢੇਪਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਜਦੋਂ ਅਸੀਂ ਬੱਚੇ ਸਾਂ ਉਦੋਂ ਰੱਬ ਹੈ ਨਹੀਂ ਸੀ, ਜਦੋਂ ਅਸੀਂ ਜਵਾਨ ਸਾਂ ਉਦੋਂ ਰੱਬ ਹੈ ਨਹੀਂ ਸੀ, ਰੱਬੀ ਗੁਣ ਹੈ ਨਹੀਂ ਸੀ, ਜਾਂ ਅਸੀਂ ਹੁਣ ਬੁੱਢੇ ਹੋ ਗਏ ਤੇ ਹੁਣ ਰੱਬ ਹੈ ਨਹੀਂ, ਹੁਣ ਰੱਬੀ ਗੁਣ ਹੈ ਨਹੀਂ। ਇਹ ਗੱਲ ਤਾਂ ਕੋਈ ਨਹੀਂ ਕਹਿ ਸਕਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਹਮੇਸ਼ਾ ਹੈ, ਰੱਬੀ ਗੁਣ ਸਭ ਥਾਵਾਂ ਤੇ ਨੇ, ਹਰ ਥਾਂ ਤੇ ਮੌਜੂਦ ਨੇ। ਪ੍ਰਭੂ ਦਾ ਹੁਕਮ ਜਿਹੜਾ ਹੈ ਹਰ ਥਾਂ ਤੇ ਲਾਗੂ ਹੈ। ਜੇ ਕੋ ਚਿੱਤ ਕਰੇ, ਜੇ ਕੋਈ ਉਹਨਾਂ ਰੱਬੀ ਗੁਣਾਂ ਨੂੰ ਆਪਣੇ ਮਨ ਦੇ ਅੰਦਰ ਵਸਾ ਲਵੇ, ਚਾਹੇ ਬਚਪਨ ਵਿੱਚ ਵਸਾ ਲਓ, ਅਮਲ ਕਰ ਲਓ, ਚਾਹੇ ਜਵਾਨੀ ਦੇ ਅੰਦਰ ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀ ਲਓ, ਚਾਹੋ ਤਾਂ ਬੁਢੇਪੇ ਦੇ ਵਿੱਚ ਜੀ ਲਓ, ਹਰ ਵਕਤ ਹੀ ਜੀ ਸਕਦੇ ਹੋ। ਆਪਣਾ ਲਾਇਆ ਪਿਰਮ ਨਾ ਲੱਗ ਗਈ, ਜੇ ਲੋਚੈ ਸਭ ਕੋਏ। ਆਪਣਾ ਲਾਇਆ ਦਾ ਮਤਲਬ ਆਪਣੇ ਆਪ। ਜੇ ਲੋਚੈ ਸਭ ਕੋਏ, ਬੇਸ਼ੱਕ ਹਰ ਜੀਵ ਚਾਹੁੰਦਾ ਹੋਏ। ਪਿਰਮ ਨਾ ਲੱਗ ਗਈ, ਪਿਰਮ ਦਾ ਮਤਲਬ ਪਿਆਰ। ਇਹ ਜਿਹੜਾ ਪਿਆਰ ਹੈ ਆਪਣੇ ਆਪ ਤੇ ਪੈਦਾ ਹੋਣਾ ਹੀ ਨਹੀਂ। ਜੇ ਅਸੀਂ ਕਹੀਏ ਕਿ ਆਪਣੇ ਆਪ ਹੀ ਪਿਆਰ ਪੈਦਾ ਹੋ ਜਾਏਗਾ, ਆਪਣੇ ਆਪ ਹੀ ਸ਼ੁਭ ਗੁਣ ਪੈਦਾ ਹੋ ਜਾਣਗੇ, ਸਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਤਾਂ ਆਪਣਾ ਲਾਇਆ ਪਿਰਮ ਨਾ ਲੱਗ ਗਈ। ਬੇਸ਼ੱਕ ਕੋਈ ਤਾਂ ਕਰਕੇ ਵੇਖ ਲਵੇ ਕਿ ਪਿਆਰ ਆਪਣੇ ਆਪ ਤੇ ਪੈਦਾ ਹੁੰਦਾ ਨਹੀਂ ਭਾਈ। ਦੂਜਾ ਇਸ ਦਾ ਮੀਨਿੰਗ ਇਹ ਵੀ ਹੈ ਕਿ ਹੱਠ ਦੇ ਨਾਲ ਜੇ ਕੋਈ ਇਹ ਕਵੇ ਕਿ ਮੈਂ ਵਰਤ ਰੱਖਾਂਗਾ, ਨਰਾਤੇ ਕਰਾਂਗਾ, ਸਰਾਧ ਕਰਾਂਗਾ, ਤੀਰਥਾਂ ਤੇ ਨਹਾਵਾਂਗਾ, ਜਪ ਤਪ ਸੰਜਮ ਕਰਾਂਗਾ, ਵਿਖਾਵੇ ਦੀਆਂ ਸਮਾਧੀਆਂ ਲਾਵਾਂਗਾ, ਭੋਰਿਆਂ 'ਚ ਵੜਾਂਗਾ, ਤਾਂ ਰੱਬੀ ਗੁਣਾਂ ਦਾ ਪਿਆਰ ਪੈਦਾ ਹੋਏਗਾ। ਐਵੇਂ ਤਾਂ ਹੋਣਾ ਨਹੀਂ। ਜੇ ਐਵੇਂ ਹੋ ਸਕਦਾ ਹੁੰਦਾ ਫਿਰ ਤਾਂ ਹਰ ਇਨਸਾਨ ਹੋਣਾ ਸੀ। ਮਤਲਬ ਮਨ ਹੱਠ ਦੇ ਨਾਲ ਨਹੀਂ ਲੱਗਦਾ, ਆਪਣੇ ਆਪ ਹੀ ਪਿਆਰ ਪੈਦਾ ਨਹੀਂ ਹੁੰਦਾ। ਇਹ ਪਿਰਮ ਪਿਆਲਾ ਖਸਮ ਕਾ, ਖਸਮ ਦਾ ਮਤਲਬ ਮਾਲਕ। ਜੈ ਭਾਵੈ ਤੈਂ ਦੇ, ਇਹਨੂੰ ਜੈ ਪੜਨਾ ਹੈ। ਜੈ ਦਾ ਮਤਲਬ ਜਿਸ ਨੂੰ, ਜੈ ਨਹੀਂ ਪੜਨਾ, ਜੈ ਦਾ ਮਤਲਬ ਜਿਹਨੂੰ, ਤੈਂ ਦਾ ਮਤਲਬ ਉਹਨੂੰ। ਇਹ ਪਿਆਰ ਰੂਪੀ ਪਿਆਲਾ ਮਾਲਕ ਦਾ ਹੈ, ਰੱਬ ਦਾ ਹੈ, ਰੱਬ ਦਾ ਪਿਆਰ ਹੈ। ਜੈ ਭਾਵੈ, ਹੁਣ ਇਹਦਾ ਮੀਨਿੰਗ ਕਰ ਦਿੱਤਾ ਕਿ ਜਿਸ ਨੂੰ, ਜਿਹੜਾ ਰੱਬ ਨੂੰ ਭਾਉਂਦਾ ਹੈ, ਚੰਗਾ ਲੱਗਦਾ, ਉਹਨੂੰ ਦੇ ਦਿੰਦਾ। ਇੱਥੇ ਸਾਡੇ ਅੰਦਰ ਇੱਕ ਕਨਫਿਊਜ਼ਨ ਵੀ ਪੈਦਾ ਹੋਏਗੀ, ਔਰ ਬੰਦਾ ਚਲਾਕ ਵੀ ਬੜਾ ਹੈ, ਆਪਣੇ ਵਾਸਤੇ ਚਲਾਕੀ ਵੀ ਵਰਤੇਗਾ ਕਿ ਜਿਹੜਾ ਰੱਬ ਨੂੰ ਭਾਉਂਦਾ ਉਹਨੂੰ ਦੇ ਦਿੰਦਾ, ਬਾਕੀਆਂ ਨੂੰ ਨਹੀਂ ਦਿੰਦਾ। ਤਾਂ ਅਸੀਂ ਆਪਣੇ ਬਚਾਅ ਲਈ ਕਹਿ ਦਾਂਗੇ ਕਿ ਅਸੀਂ ਰੱਬ ਨੂੰ ਭਾਏ ਨਹੀਂ, ਸਾਨੂੰ ਰੱਬ ਨੇ ਪਿਆਰ ਨਹੀਂ ਦਿੱਤਾ, ਇਸ ਕਰਕੇ ਸਾਡੇ ਅੰਦਰ ਪੈਦਾ ਨਹੀਂ ਹੋਇਆ। ਯਾਨੀ ਗਲਤੀ ਰੱਬ ਦੀ ਹੈ, ਰੱਬ ਨੇ ਸਾਨੂੰ ਪਿਆਰ ਨਹੀਂ ਦਿੱਤਾ, ਇਸ ਕਰਕੇ ਸਾਡੇ ਅੰਦਰ ਪਿਆਰ ਨਹੀਂ ਪੈਦਾ ਹੋਇਆ। ਸਾਡੀ ਗਲਤੀ ਕੋਈ ਨਹੀਂ। ਗਲਤੀ ਕਿਹਦੀ ਹੋਈ? ਰੱਬ ਦੀ। ਪਰ ਗੱਲ ਇਹ ਨਹੀਂ ਹੈ, ਗੱਲ ਵਿਚਾਰਨ ਵਾਲੀ ਹੈ। ਜੈ ਭਾਵੈ, ਇਹ ਪਿਆਰ ਬੇਸ਼ੱਕ ਰੱਬ ਦਾ ਹੈ। ਜੈ ਭਾਵੈ ਦਾ ਮਤਲਬ ਜਿਸ ਨੂੰ ਭਾਉਂਦਾ ਹੈ, ਜਿਸ ਨੂੰ ਚੰਗਾ ਲੱਗਦਾ ਹੈ, ਜਿਹੜਾ ਇਸ ਰੱਬੀ ਪਿਆਰ ਨੂੰ ਮੰਨਣਾ ਚਾਹੁੰਦਾ ਹੈ। ਤੈਂ ਦੇ ਦਾ ਮਤਲਬ ਉਸ ਨੂੰ ਰੱਬ ਪਿਆਰ ਦੇ ਦਿੰਦਾ ਹੈ, ਉਸ ਨੂੰ ਪਿਆਰ ਦੇ ਦਿੰਦਾ ਹੈ। ਇਹ ਨੋਟ ਕਰਨ ਵਾਲੀ ਗੱਲ ਹੈ। ਇਹਨੂੰ ਆਪਾਂ ਇੱਕ ਨਿੱਕੀ ਜਿਹੀ ਮਿਸਾਲ ਦੇ ਨਾਲ ਸਮਝਦੇ ਹਾਂ। ਆਪ ਗੁਰਦੁਆਰਾ ਸਾਹਿਬ ਗਏ, ਗੁਰਦੁਆਰਾ ਸਾਹਿਬ ਲੰਗਰ ਚੱਲ ਰਿਹਾ ਹੈ, ਬਿਲਕੁਲ ਫ੍ਰੀ ਹੈ ਹਰ ਧਰਮ ਵਰਗ ਵਾਸਤੇ, ਇਸਤਰੀ ਪੁਰਸ਼, ਬੱਚੀ ਬੱਚੇ ਜਵਾਨ ਲਈ। ਦੁਨੀਆ ਦਾ ਕੋਈ ਵੀ ਕਿਸੇ ਧਰਮ ਮਜਹਬ ਦਾ ਜਾਤ ਦਾ ਬੰਦਾ ਆਏ, ਸਭ ਵਾਸਤੇ ਗੁਰੂ ਕਾ ਲੰਗਰ ਫ੍ਰੀ ਹੈ। ਔਰ ਉੱਥੇ ਲੰਗਰ ਦੇ ਅੰਦਰ ਬਹੁਤ ਕੁਝ ਬਣਿਆ ਹੈ, ਦਾਲ ਹੈ, ਸਬਜ਼ੀ ਹੈ, ਸੈਲਡ ਹੈ, ਪਰੌਂਠੇ ਨੇ, ਪ੍ਰਸ਼ਾਦੇ ਨੇ, ਦਹੀਂ ਹੈ, ਫਰੂਟ ਹੈ, ਹੋਰ ਬਹੁਤ ਕੁਝ ਬਣਿਆ ਹੋਇਆ ਹੈ। ਹੁਣ ਧੱਕੇ ਨਾਲ ਤੁਹਾਨੂੰ ਕੋਈ ਚੀਜ਼ ਨਹੀਂ ਦਿੱਤੀ ਜਾਏਗੀ ਨਾ। ਜਿਹੜੀ ਚੀਜ਼ ਤੁਸੀਂ ਲੰਗਰ ਵਰਤਾਨ ਵਾਲੇ ਨੂੰ ਕਹੋਗੇ, ਜੇ ਉਹ ਦਾਲ ਪਾਣ ਲੱਗੇਗਾ, ਤੁਸੀਂ ਕਹੋ ਮੈਂ ਦਾਲ ਨਹੀਂ, ਮੈਨੂੰ ਸਬਜ਼ੀ, ਉਹ ਸਬਜ਼ੀ ਦੇ ਦੇਵੇਗਾ। ਤੁਸੀਂ ਪ੍ਰਸ਼ਾਦੇ ਉਹ ਦੋ ਫੜਾਉਣ ਲੱਗਿਆ, ਤੁਸੀਂ ਕਹੋਗੇ ਇੱਕ, ਤਾਂ ਉਹ ਇੱਕ ਦੇ ਦੇਵੇਗਾ। ਯਾਨੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਤੁਸੀਂ ਕਹੋਗੇ, ਉਹ ਚੀਜ਼ ਮਿਲ ਜਾਏਗੀ। ਕਿਹੜੀ ਮਿਲੇਗੀ? ਜਿਹੜੀ ਚਾਹੋਗੇ ਉਹ ਤੁਹਾਨੂੰ ਮਿਲ ਜਾਏਗੀ, ਨਾ ਨਹੀਂ।
ਲੰਗਰ ਵਿੱਚ ਕੋਈ ਨਾ ਨਹੀਂ, ਲੇਕਿਨ ਮਿਲੇਗੀ ਉਹ ਜਿਹੜੀ ਤੁਸੀਂ ਚਾਹੋਗੇ। ਜਿਹੜੀ ਚਾਹੁੰਦੇ ਹੀ ਨਹੀਂ ਤਾਂ ਉਹ ਤੁਸੀਂ ਲਓਗੇ ਹੀ ਨਹੀਂ। ਇਸੇ ਤਰ੍ਹਾਂ ਇਹ ਰੱਬ ਦਾ ਪਿਆਰ ਹੈ, ਇਹ ਪਿਰਮ ਪਿਆਲਾ ਖਸਮ ਕਾ ਰੱਬ ਦੇ ਪਿਆਰ ਦਾ ਪਿਆਲਾ ਹੈ। ਜੈ ਭਾਵ ਹੈ, ਜਿਹਨੂੰ ਇਹ ਰੱਬੀ ਗੁਣਾਂ ਦਾ ਪਿਆਰ ਚੰਗਾ ਲੱਗਦਾ ਹੈ ਕਿ ਮੈਂ ਰੱਬੀ ਗੁਣਾਂ ਦੇ ਨਾਲ ਪਿਆਰ ਕਰਨਾ ਹੈ, ਚਾਹਤ ਹੈ ਜਿਹਦੀ, ਤੈਂ ਦੇ ਦਾ ਮਤਲਬ ਰੱਬ ਨੂੰ ਰੱਬੀ ਗੁਣਾਂ ਦਾ ਪਿਆਰ ਦੇ ਦਿੰਦਾ ਵੀ ਕਰ। ਮੈਂ ਸੱਚ ਬੋਲਣਾ ਚਾਹੁੰਦਾ, ਮੈਨੂੰ ਸੱਚ ਚੰਗਾ ਲੱਗਦਾ ਹੈ, ਤਾਂ ਮੇਰੇ ਅੰਦਰ ਬੈਠਾ ਰੱਬ ਮੈਨੂੰ ਕਹੇਗਾ ਵੀ ਸੱਚ ਬੋਲ। ਰੱਬ ਇਹ ਥੋੜਾ ਕਹੇਗਾ ਕਿ ਨਾ ਤੈਨੂੰ ਸੱਚ ਨਹੀਂ ਬੋਲਣ ਦੇਣਾ, ਪਰ ਸੱਚ ਮੈਂ ਬੋਲਾਂਗਾ ਤਾਂ ਜੇ ਮੈਨੂੰ ਸੱਚ ਚੰਗਾ ਲੱਗੇਗਾ, ਜੇ ਮੈਨੂੰ ਭਾਏਗਾ। ਮੈਂ ਦਇਆ ਕਰਨੀ ਚਾਹੁੰਦਾ ਤਾਂ ਮੇਰਾ ਅੰਦਰਲਾ ਰੱਬ ਜਾਂ ਕੁਦਰਤ ਦਾ ਸਿਸਟਮ ਮੈਨੂੰ ਰੋਕੇਗਾ ਥੋੜਾ ਵੀ ਤੂੰ ਦਇਆ ਨਹੀਂ ਕਰ ਸਕਦਾ, ਕਰ ਦਇਆ। ਲੇਕਿਨ ਦਇਆ ਤਾਂ ਕਰਾਂਗਾ ਨਾ ਜੇ ਮੈਨੂੰ ਦਇਆ ਕਰਨੀ, ਕਿਸੇ ਦਾ ਹੈਲਪ ਕਰਨੀ, ਸੇਵਾ ਕਰਨੀ ਚੰਗੀ ਲੱਗੇਗੀ, ਜੇ ਮੇਰੀ ਚਾਹਤ ਹੈ। ਇਸ ਲਈ ਇਹ ਪਿਰਮ ਪਿਆਲਾ ਖਸਮ ਕਾ, ਇਹ ਜੋ ਰੱਬੀ ਗੁਣਾਂ ਦਾ ਪਿਆਰ ਦਾ ਪਿਆਲਾ ਹੈ, ਜੈ ਭਾਵ ਹੈ, ਜਿਹਨੂੰ ਪਾਉਂਦਾ ਹੈ, ਤੈਂ ਦੇ ਦਾ ਮਤਲਬ ਉਸ ਨੂੰ ਦੇ ਦਿੰਦਾ ਹੈ। ਗੁਰਬਾਣੀ ਵਿੱਚ ਇੱਕ ਪੰਕਤੀ ਹੋਰ ਥਾਂ ਤੇ ਵੀ ਇਸੇ ਭਾਵ ਦੀ ਆਈ ਹੈ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਦਾਤੇ ਨੇ ਹਰ ਦਾਤ ਆਪਣੇ ਹੱਥ ਦੇ ਵਿੱਚ ਰੱਖੀ ਹੋਈ ਹੈ। ਹੱਥ ਦਾ ਮਤਲਬ ਸਿਸਟਮ। ਜਿਸ ਭਾਵੈ, ਜਿਸ ਬੰਦੇ ਨੂੰ ਦਾਤ ਚੰਗੀ ਲੱਗਦੀ ਹੈ ਉਹਨੂੰ ਉਹ ਦਾਤ ਦੇ ਦਿੰਦਾ ਹੈ। ਤੁਸੀਂ ਡਾਕਟਰ, ਇੰਜੀਨੀਅਰ, ਵਿਗਿਆਨਿਕ ਬਣਨਾ ਚਾਹੁੰਦੇ ਹੋ, ਸਿਸਟਮ ਦੇ ਵਿੱਚ ਹੈ, ਪੜ੍ਹਾਈ ਕਰੋ ਬਣ ਜਾਓਗੇ। ਤੁਸੀਂ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਰੱਖਣਾ ਚਾਹੁੰਦੇ ਹੋ, ਸ਼ੁਭ ਗੁਣਾਂ ਦੇ ਨਾਲ ਜੁੜੋ, ਮੈਂ ਸੁੱਖ ਸ਼ਾਂਤੀ ਆ ਜਾਏਗੀ। ਇਸ ਲਈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਕਿ ਰੱਬ ਜਿਹੜਾ ਹੈ ਉਹ ਹਰ ਵਕਤ ਹੈ, ਬਚਪਨ ਵਿੱਚ ਵੀ, ਜਵਾਨੀ ਵਿੱਚ ਵੀ, ਹਰ ਸਮੇਂ, ਜੇ ਕੋਈ ਉਹਨੂੰ ਆਪਣੇ ਚਿੱਤ ਵਿੱਚ ਵਸਾਵੇ। ਆਪਣਾ ਲਾਇਆ ਪਿਰਮ ਨਾ ਲੱਗੇ। ਇਹ ਜਿਹੜਾ ਪਿਰਮ ਹੈ, ਪਿਆਰ ਹੈ, ਇਹ ਆਪਣੇ ਆਪ ਪੈਦਾ ਨਹੀਂ ਹੋ ਜਾਣਾ, ਨਾ ਇਹ ਮਨ ਹੱਠ ਦੇ ਨਾਲ, ਕਰਮ ਕਾਂਡਾਂ ਨਾਲ ਮਿਲਦਾ ਹੈ। ਜੇ ਲੋਚੈ ਸਭ ਕੋਈ, ਭਾਵੇਂ ਸਭ ਕੋਈ ਲੋਚਦਾ ਰਹੇ। ਇਹ ਪਿਰਮ ਪਿਆਲਾ ਖਸਮ ਕਾ, ਇਹ ਪਿਆਰ ਦਾ ਪਿਆਲਾ ਰੱਬ ਦਾ ਹੈ। ਜੈ ਭਾਵੈ ਤੈਂ ਦੇ, ਜਿਹਨੂੰ ਪਾਉਂਦਾ ਹੈ, ਜਿਹਨੂੰ ਇਹ ਪਿਆਰ ਕਰਨਾ ਚੰਗਾ ਲੱਗਦਾ ਹੈ, ਰੱਬ ਉਸ ਨੂੰ ਇਹ ਦਾਤ ਦੇ ਦਿੰਦਾ ਹੈ। ਤਾਂ ਇੱਥੇ ਗੱਲ ਕੀਤੀ ਜਾ ਰਹੀ ਹੈ ਰੱਬੀ ਪਿਆਰ ਦੀ। ਉਹਦੇ ਵਾਸਤੇ ਬਚਪਨ, ਜਵਾਨੀ ਔਰ ਬੁਢੇਪਾ, ਇਹਦੇ ਵਿੱਚੋਂ ਕੋਈ ਚੀਜ਼ ਰੋਕ ਨਹੀਂ ਪਾਉਂਦੀ। ਸਾਡੇ ਅੰਦਰ ਇਹ ਨਹੀਂ ਕਿ ਬਚਪਨ ਵਿੱਚ ਅਸੀਂ ਰੱਬੀ ਗੁਣਾਂ ਨਾਲ ਪਿਆਰ ਨਹੀਂ ਕਰ ਸਕਦੇ, ਜਵਾਨੀ ਵਿੱਚ ਨਹੀਂ ਕਰ ਸਕਦੇ, ਜਾਂ ਬੁਢੇਪੇ ਵਿੱਚ ਨਹੀਂ ਕਰ ਸਕਦੇ। ਇਹ ਬਚਪਨ, ਜਵਾਨੀ ਔਰ ਬੁਢੇਪਾ ਸਾਡੇ ਵਾਸਤੇ ਕੋਈ ਰੋਕ ਨਹੀਂ ਹਨ। ਹਰ ਸਮੇਂ ਪ੍ਰਭੂ ਦੇ ਨਾਲ ਜੁੜਿਆ ਜਾ ਸਕਦਾ ਹੈ। ਔਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਕਰੀਬ 65-70 ਸਾਲ ਦੀ ਉਮਰ ਤੱਕ ਉਹ ਤੀਰਥਾਂ ਤੇ ਇਸ਼ਨਾਨ ਕਰਦੇ ਰਹੇ, ਕਰਮਕਾਂਡੀ ਜ਼ਿੰਦਗੀ ਬਤੀਤ ਕਰਦੇ ਰਹੇ, ਜਿਵੇਂ ਆਮ ਧਰਮੀ ਕਰਦੇ ਨੇ, ਤੀਰਥਾਂ ਤੇ ਚਲੇ ਗਏ, ਉੱਥੇ ਜਾ ਕੇ ਦਾਨ ਪੁੰਨ ਕਰ ਆਏ, ਇਹੀ ਕੁਛ ਕਰਦੇ ਰਹੇ। ਪਰ ਜਦੋਂ ਗੁਰੂ ਅੰਗਦ ਦੇਵ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਆਏ, ਉਸ ਤੋਂ ਬਾਅਦ ਰੱਬੀ ਗੁਣਾਂ ਦੇ ਨਾਲ ਜੁੜੇ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਜੀਵਿਆ, ਤੇ ਫਿਰ ਆਪ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ। ਕਿੰਨੀ ਸਾਰੀ ਪਾਵਨ ਬਾਣੀ ਉਚਾਰਨ ਕੀਤੀ ਬੁਢੇਪੇ ਵਿੱਚ। ਬੁਢੇਪਾ ਕੋਈ ਰੋਕ ਨਹੀਂ ਹੈ। ਇਸ ਲਈ ਬਜ਼ੁਰਗਾਂ ਦੇ ਅੰਦਰ ਨਿਰਾਸ਼ਾਵਾਦ ਨਹੀਂ ਹੋਣਾ ਚਾਹੀਦਾ ਕਿ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਭਾਈ ਮਨੀ ਸਿੰਘ ਜੀ 93 ਸਾਲ ਦੀ ਉਮਰ ਦੇ ਅੰਦਰ ਬੰਦ ਕਟਾ ਰਹੇ ਨੇ। ਬਾਬਾ ਦੀਪ ਸਿੰਘ ਜੀ ਬਜ਼ੁਰਗ ਉਮਰ ਦੇ ਅੰਦਰ ਖੰਡਾ ਖੜਕਾ ਰਹੇ ਨੇ। ਯਾਨੀ ਜੋ ਬਜ਼ੁਰਗਾਂ ਦੇ ਅੰਦਰ ਨਿਰਾਸ਼ਤਾ ਹੈ, ਉਹਨੂੰ ਇਹ ਪਾਵਨ ਸ਼ਲੋਕ ਬਿਲਕੁਲ ਖਤਮ ਕਰ ਰਹੇ ਨੇ। ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕਿਸੇ ਵੀ ਸਮੇਂ ਪ੍ਰਭੂ ਦੇ ਨਾਲ ਜੁੜ ਸਕਦੇ ਹੋ। ਆਸ਼ਾਵਾਦੀ ਬਣੋ। ਤੁਹਾਡੇ ਅੰਦਰ ਪੋਸੀਬਿਲਿਟੀ ਹੈ, ਤੁਹਾਡੇ ਅੰਦਰ ਗੁਣਾਂ ਦੇ ਭੰਡਾਰ ਭਰੇ ਪਏ ਨੇ, ਪਰ ਇਹ ਮਿਲਣਗੇ ਤਾਂ ਜੇ ਗੁਣ ਚੰਗੇ ਲੱਗਣਗੇ। ਇਸ ਲਈ ਆਪਣੇ ਚਿੱਤ ਦੇ ਅੰਦਰ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਣਾ ਹੈ ਔਰ ਯਤਨ ਕਰਨਾ ਹੈ
ਆਪਣੇ ਅੰਦਰ ਪੋਜ਼ਿਟਿਵਿਟੀ ਪੈਦਾ ਕਰਨੀ ਹੈ, ਚੜ੍ਹਦੀ ਕਲਾ ਦੇ ਅੰਦਰ ਰਹਿਣਾ ਹੈ, ਸਕਾਰਾਤਮਕਤਾ ਨੂੰ ਅਪਣਾਉਣਾ ਹੈ ਔਰ ਕਿਸੇ ਵੀ ਉਮਰ ਦੇ ਅੰਦਰ ਰੱਬੀ ਗੁਣਾਂ ਦੇ ਨਾਲ ਜੁੜ ਕੇ ਰੱਬ ਵਰਗੇ ਹੋਇਆ ਜਾ ਸਕਦਾ ਹੈ। ਅਗਲਾ ਬਚਨ ਕਰਦੇ ਨੇ ਫਰੀਦਾ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬਹਿਠ। ਜਿੰਦੇ ਨੰਨੇ ਥੱਲੇ ਹਲੰਤ ਹੈ ਅੱਧਾ ਹਾਹਾ, ਇਹਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ। ਜਿਨ ਜਿਨ ਲੋਇਣ, ਲੋਇਣ ਦਾ ਮਤਲਬ ਅੱਖਾਂ, ਜਗ ਮੋਹਿਆ ਦਾ ਮਤਲਬ ਜਗ ਨੂੰ ਮੋਹਿਆ ਹੋਇਆ ਸੀ। ਸੇ ਲੋਇਣ ਮੈਂ ਡਿਠ, ਉਹ ਅੱਖਾਂ ਮੈਂ ਡਿਠ ਦਾ ਮਤਲਬ ਵੇਖੀਆਂ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੀਆਂ ਸੋਹਣੀਆਂ ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਸੁੰਦਰ ਅੱਖਾਂ ਨੂੰ ਮੈਂ ਵੇਖਿਆ ਹੈ। ਬਚਪਨ ਵਿੱਚ, ਜਵਾਨੀ ਵਿੱਚ ਕਿੰਨੀਆਂ ਸੋਹਣੀਆਂ ਅੱਖਾਂ ਹੁੰਦੀਆਂ ਨੇ, ਫਲਾਂ ਬੰਦੇ ਦੀਆਂ ਹਿਰਨੀਆਂ ਵਰਗੀਆਂ ਅੱਖਾਂ ਨੇ, ਕਿੰਨੀ ਅੱਖਾਂ ਦੀ ਸ਼ੋਭਾ ਕੀਤੀ ਜਾਂਦੀ ਹੈ। ਬੜੀਆਂ ਸੁੰਦਰ ਸਨ ਅੱਖਾਂ, ਬੜੀ ਸੁੰਦਰਤਾ ਸੀ ਜਵਾਨੀ ਵਿੱਚ, ਤੇ ਸਾਰੇ ਜਗਤ ਨੂੰ ਮੋਹਿਆ ਹੋਇਆ ਸੀ, ਸਾਰੇ ਲੋਕ ਤਾਰੀਫ ਕਰਦੇ ਸਨ। ਪਰ ਇਹ ਜਵਾਨੀ ਸਦਾ ਰਹਿੰਦੀ ਨਹੀਂ। ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬਹਿਟ, ਇਹਨੂੰ ਕਜਲ ਨਹੀਂ ਪੜਨਾ, ਕੱਜਲ। ਕੱਜਲ ਦਾ ਮਤਲਬ ਜਿਹੜਾ ਅਸੀਂ ਕੱਜਲ ਸੁਰਮਾ ਅੱਖਾਂ ਵਿੱਚ ਪਾਉਂਦੇ ਹਾਂ। ਰੇਖ ਦਾ ਮਤਲਬ ਧਾਰ, ਅਸੀਂ ਕੱਜਲ ਪਾਉਂਦੇ ਹਾਂ ਨਾ, ਸੁਰਮਾ ਸਲਾਈ ਦੇ ਨਾਲ ਲਾ ਕੇ ਪਾਈਦਾ, ਜਾਂ ਕੱਜਲ ਜਿਹੜਾ ਸੀ ਉਹ ਉਂਗਲੀ ਦੇ ਨਾਲ ਲਾ ਕੇ ਤੇ ਏਦਾਂ ਅੱਖਾਂ ਦੇ ਵਿੱਚ ਲਾਈਦਾ ਸੀ, ਧਾਰ ਦੀ ਬਣਦੀ ਸੀ। ਪਰ ਜੇਕਰ ਕੱਜਲ ਬਿਲਕੁਲ ਬਾਰੀਕ ਨਾ ਪੀਸਿਆ ਹੋਵੇ ਮੈਦੇ ਵਰਗਾ, ਜੇ ਉਹਦੇ ਅੰਦਰ ਛੋਟੀ ਜਿਹੀ ਕੋਈ ਕੰਕਰੀ ਆ ਜਾਏ, ਤਾਂ ਜੇ ਉਹ ਅੱਖ ਦੇ ਵਿੱਚ ਲਾਈਏ ਤੇ ਫਿਰ ਉਹ ਰੜਕਦੀ ਹੈ। ਮੂਲੀ ਦੀ ਜਿਹੜੀ ਕੰਕਰੀ ਸੀ ਨਾ, ਉਹਨੂੰ ਵੀ ਇਹ ਅੱਖਾਂ ਸਹਾਰਦੀਆਂ ਨਹੀਂ ਸਨ, ਇੰਨੀਆਂ ਕੋਮਲ ਸੀ, ਇੰਨੀਆਂ ਸੈਂਸਿਟਿਵ ਸੀ। ਸੇ ਪੰਖੀ ਸੂਏ ਬਹਿਟ, ਪੰਖੀ ਦਾ ਮਤਲਬ ਪੰਛੀ, ਸੂਏ ਦਾ ਮਤਲਬ ਬੱਚੇ, ਬਹਿਟ ਦਾ ਮਤਲਬ ਬੈਠਣ ਦੀ ਥਾਂ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੀਆਂ ਕੱਜਲ ਦੀ ਧਾਰ ਨਹੀਂ ਸਨ ਨਾ ਸਹਾਰ ਸਕਦੀਆਂ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਲਣਾ ਬਣ ਗਈਆਂ। ਆਲਣਾ ਬਣ ਗਈਆਂ ਦਾ ਮਤਲਬ ਅੱਖਾਂ ਤੇ ਝੁਰੜੀਆਂ ਪੈ ਗਈਆਂ, ਮੋਟੇ ਮੋਟੇ ਡੇਲੇ ਸਨ, ਅੱਖਾਂ ਅੰਦਰ ਵੜ ਗਈਆਂ, ਯਾਨੀ ਸੁੰਦਰਤਾ ਜਿਹੜੀ ਇਹ ਖਤਮ ਹੋ ਗਈ। ਜਿਵੇਂ ਕਿਸੇ ਪੰਛੀ ਦੇ ਆਲਣੇ ਵਿੱਚ ਬੱਚੇ ਬੈਠੇ ਹੋਣ, ਐਵੇਂ। ਯਾਨੀ ਇੱਥੇ ਭਾਵ ਜਿਹੜਾ ਹੈ ਉਹ ਇਹ ਹੈ ਕਿ ਸੁੰਦਰਤਾ ਸਦਾ ਨਹੀਂ ਰਹਿੰਦੀ, ਆਖਿਰ ਉਹ ਸੁੰਦਰਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਨੇ, ਅੱਖਾਂ ਦੀ ਉਹ ਰੋਸ਼ਨੀ ਨਹੀਂ ਰਹਿੰਦੀ, ਕੰਨਾਂ ਦੀ ਸੁਣਨ ਦੀ ਸਤਿਆ ਖਤਮ ਹੋ ਜਾਂਦੀ ਹੈ, ਹੱਥਾਂ ਤੇ ਅੰਦਰ ਕੰਮ ਕਰਨ ਦੀ ਤਾਕਤ ਨਹੀਂ ਰਹਿੰਦੀ, ਸਾਰਾ ਕੁਝ ਆ ਜਾਂਦਾ ਨਾ। ਤਾਂ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਜਿਹੜੀ ਸਾਡੀ ਸਰੀਰਕ ਸੁੰਦਰਤਾ ਹੈ, ਇਹਦੇ ਉੱਤੇ ਮਾਣ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਇਹਦੇ ਤੇ ਮਾਣ ਕਰਨਾ ਔਰ ਇਸ ਮਾਣ ਦੇ ਅੰਦਰ ਕਿ ਮੈਂ ਬੜਾ ਸੋਹਣਾ ਹਾਂ, ਤੇ ਸਚਾਈ ਨਾਲ ਨਾ ਜੁੜਨਾ, ਦਇਆ ਨਾਲ ਨਾ ਜੁੜਨਾ, ਰੱਬੀ ਗੁਣਾਂ ਨਾਲ ਨਾ ਤੁਰਨਾ, ਰੱਬੀ ਰਜ਼ਾ ਦੇ ਵਿੱਚ ਨਾ ਰਹਿਣਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਆਪਣੀ ਸੁੰਦਰਤਾ ਦੇ ਨਸ਼ੇ ਦੇ ਅੰਦਰ ਦੂਜਿਆਂ ਦੀ ਬੇਪੱਤੀ ਕਰਨੀ ਇਹ ਕੋਈ ਚੰਗੀ ਗੱਲ ਨਹੀਂ ਹੈ। ਬਾਬਾ ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ। ਉਹ ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਹੋਗੇ ਜਿਉ ਕਾਂਚੁਰੀ ਭੁਜੰਗ। ਕਿ ਇਹ ਸੋਹਣੀ ਦੇਹੀ ਨੂੰ ਵੇਖ ਕੇ ਮਾਣ ਨਾ ਕਰੋ, ਦੂਜਿਆਂ ਨੂੰ ਨੀਵਾਂ ਨਾ ਦਿਖਾਓ, ਕਿਉਂਕਿ ਅੱਜ ਜਾਂ ਕੱਲ ਇਸ ਦੇਹੀ ਨੇ ਖਤਮ ਹੋ ਜਾਣਾ ਹੈ, ਸੁੰਦਰਤਾ ਨੇ ਖਤਮ ਹੋ ਜਾਣਾ ਹੈ, ਸਰੀਰਕ ਤੌਰ ਤੇ ਮੌਤ ਹੋ ਜਾਣੀ ਹੈ, ਤੇ ਇਹ ਦੇਹੀ ਨੇ ਐਵੇਂ ਪਈ ਰਹਿ ਜਾਣਾ ਜਿਵੇਂ ਸੱਪ ਦੇ ਉੱਤੇ ਕੁੰਝ ਚੜੀ ਹੁੰਦੀ ਹੈ ਨਾ, ਤੇ ਜਦੋਂ ਕੁੰਝ ਪੱਕ ਜਾਏ ਤੇ ਕਿਸੇ ਕੰਡੇ ਆਦਿਕ ਦੇ ਨਾਲ ਅੜਾ ਕੇ ਤੇ ਸੱਪ ਵਿੱਚੋਂ ਨਿਕਲ ਜਾਂਦਾ, ਕੁੰਝ ਪਈ ਰਹਿ ਜਾਂਦੀ ਹੈ। ਕੁੰਝ ਤੇ ਉੱਥੇ ਹੀ ਪਈ ਰਹਿ ਗਈ, ਸੱਪ ਵਿੱਚੋਂ ਨਿਕਲ ਗਿਆ। ਇਸੇ ਤਰ੍ਹਾਂ ਇਹ ਸਰੀਰ ਨੇ ਇੱਥੇ ਹੀ ਪੈ ਰਹਿ ਜਾਣਾ। ਇਹਦਾ ਮਾਣ ਨਾ ਕਰ। ਤਾਂ ਇਹਦਾ ਮਤਲਬ ਸੋਹਣਾ ਹੋਣਾ ਕੋਈ ਮਾੜਾ ਨਹੀਂ ਹੈ। ਗੱਲ ਇੱਥੇ ਕਹੀ ਜਾ ਰਹੀ ਹੈ ਕਿ ਜੇ ਤੇਰਾ ਬੜਾ ਸੁੰਦਰ ਸਰੂਪ ਹੈ, ਕੋਮਲ ਚਿਹਰਾ ਹੈ, ਚੰਗੀਆਂ ਤੇਰੀਆਂ ਅੱਖਾਂ ਨੇ, ਚੰਗੇ ਤੇਰੇ ਨੈਣ ਨਕਸ਼ ਨੇ, ਤਾਂ ਪ੍ਰਭੂ ਦਾ ਸ਼ੁਕਰਾਨਾ ਕਰ। ਜੇ ਪ੍ਰਸਾਦ ਤੇਰਾ ਸੁੰਦਰ ਰੂਪ,
ਸੋ ਪ੍ਰਭ ਸਿਮਰੋ ਸਦਾ ਅਨੂਪ ਉਹਦੇ ਗੁਣਾਂ ਨੂੰ ਗਾ। ਤੇ ਆਪਣੀ ਇਸ ਸੁੰਦਰਤਾ ਦੇ ਮਾਣ ਦੇ ਅੰਦਰ ਦੂਜਿਆਂ ਦੀ ਨਿਰਾਦਰੀ ਨਾ ਕਰ, ਹੰਕਾਰ ਕਰਕੇ ਗੁਣਾਂ ਤੋਂ ਸਖਣਾ ਨਾ ਰਹੋ, ਗੁਣਾਂ ਦਾ ਧਾਰਨੀ ਹੋ। ਸੁੰਦਰਤਾ ਦੀ ਕੋਈ ਕੀਮਤ ਨਹੀਂ ਜੇਕਰ ਗੁਣ ਨਹੀਂ ਤਾਂ। ਇਸ ਦੁਨੀਆ ਵਿੱਚ ਬੜੇ ਸੋਹਣੇ ਸੋਹਣੇ ਇਸਤਰੀਆਂ ਪੁਰਸ਼ ਨੇ, ਜਦੋਂ ਕਿਸੇ ਦੀ ਸਿਫਤ ਕਰੀਏ ਕਿ ਫਲਾਂ ਵੀਰ ਭੈਣ ਬੜਾ ਸੁੰਦਰ ਹੈ, ਤੇ ਨਾਲ ਹੀ ਕੋਈ ਨਾ ਕੋਈ ਗੁਆਂਢੀ ਕਹਿ ਦਿੰਦਾ ਇਹੋ ਜਿਹੇ ਸੁਹੱਪਣ ਨੂੰ ਅੱਗ ਲਾਣੀ। ਬੋਲੀ ਵੇਖੀ ਉਹਦੀ, ਜ਼ਬਾਨ ਵੇਖੀ ਉਹਦੀ, ਕਰਤੂਤਾਂ ਵੇਖੀਆਂ ਨੇ ਉਹਦੀਆਂ, ਕੀ ਕਰਨਾ, ਭੱਠ ਪਵੇ ਇਹੋ ਜਿਹੀ ਸੁੰਦਰਤਾ। ਤਾਂ ਸੁੰਦਰਤਾ ਵੀ ਤਾਂ ਹੀ ਹੈ ਜੇ ਸ਼ੁਭ ਗੁਣ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਅਸਲੀ ਸੋਹਣੇ ਔਰ ਸੁੰਦਰ ਉਹ ਨੇ ਜਿਨ੍ਹਾਂ ਦੀ ਮੈਂਟੈਲਿਟੀ ਸੁੰਦਰ ਹੈ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜਿਨ੍ਹਾਂ ਅੱਖਾਂ ਨੇ ਜਗਤ ਨੂੰ ਮੋਇਆ ਹੋਇਆ ਸੀ, ਬੜੀ ਸੋਹਣੀਆਂ ਸਨ, ਸੁੰਦਰ ਜਵਾਨੀ ਸੀ, ਮੈਂ ਉਹ ਜਵਾਨੀ ਵੀ ਵੇਖੀ। ਅੱਜ ਉਹਨਾਂ ਅੱਖਾਂ ਦਾ ਇਹ ਹਾਲ ਹੈ ਕਿ ਉਹਨਾਂ ਦੇ ਟੋਏ ਬਣ ਗਏ ਨੇ, ਉਹ ਆਨੇ ਅੰਦਰ ਵੜ ਗਏ ਨੇ, ਜਿਹੜੀ ਕੱਜਲ ਦੀ ਰੇਖਾ ਨਹੀਂ ਸਨ ਸਹਿ ਸਕਦੀਆਂ। ਯਾਨੀ ਸੁੰਦਰਤਾ ਹਮੇਸ਼ਾ ਨਹੀਂ ਰਹਿੰਦੀ। ਸੁੰਦਰਤਾ ਦਾ ਮਾਣ ਨਾ ਕਰੋ। ਸੁੰਦਰਤਾ ਜਵਾਨੀ ਦੇ ਨਸ਼ੇ ਵਿੱਚ ਰੱਬੀ ਗੁਣਾਂ ਨੂੰ ਨਾ ਭੁਲਾਓ, ਸੱਚ ਨੂੰ ਨਾ ਭੁਲਾਓ, ਕਿਉਂਕਿ ਆਤਮਿਕ ਜੀਵਨ ਸੱਚ ਨੇ ਦੇਣਾ ਹੈ, ਦਇਆ ਨੇ ਦੇਣਾ ਹੈ, ਪ੍ਰੇਮ ਨੇ ਦੇਣਾ ਹੈ, ਰੱਬੀ ਗੁਣਾਂ ਨੇ ਦੇਣਾ। ਫਰੀਦਾ ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰੈ ਚਿਤ। ਇਹ ਜੋ ਕੁਕੇਦਿਆ ਲਿਖਿਆ ਨਾ, ਕੁਕੇਦਿਆ ਚਾਂਗੇਦਿਆ, ਇਹਨੂੰ ਪੜਨਾ ਹੈ ਕੂਕੇਂਦਿਆਂ। ਕੂਕੇਂਦਿਆਂ ਦਾ ਮਤਲਬ ਕੂਕਦਿਆਂ, ਚਾਂਗੇਂਦਿਆਂ ਦੁਹਾਈ ਦਿੰਦਿਆਂ, ਚੀਕਦਿਆਂ। ਮਤੀ ਲਿਖਿਆ ਨਾ ਮਤੀ, ਇਹਨੂੰ ਮਤੀ ਨਹੀਂ ਪੜਨਾ, ਮਤੀ ਮਤ। ਦੇਦਿਆ ਲਿਖਿਆ ਹੈ ਦੇਦਿਆ, ਤਾਂ ਇਹਨੂੰ ਪੜਨਾ ਹੈ ਦੇਂਦਿਆਂ। ਫਰੀਦਾ ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਨੂੰ ਵੰਜਾਇਆ। ਸ਼ੈਤਾਨ ਜਿਹੜਾ ਨਾ, ਮੁਸਲਮਾਨ ਵੀਰ ਸ਼ੈਤਾਨ ਦੀ ਇੱਕ ਹੋਂਦ ਮੰਨਦੇ ਨੇ, ਜਿਹੜਾ ਬੰਦੇ ਨੂੰ ਗਲਤ ਰਾਹ ਦੇ ਉੱਤੇ ਪਾਉਂਦਾ ਹੈ। ਈਸਾਈਆਂ ਵਿੱਚ ਵੀ ਸ਼ੈਤਾਨ ਦੀ ਹੋਂਦ ਨੂੰ ਮੰਨਿਆ ਗਿਆ ਹੈ ਕਿ ਜੋ ਰੱਬੀ ਬਾਗ ਦੇ ਵਿੱਚ ਆਦਮ ਔਰ ਹਵਾ ਨੂੰ ਆਣ ਕੇ ਪ੍ਰੇਰਨਾ ਦਿੰਦਾ ਹੈ ਕਿ ਇਸ ਰੁੱਖ ਦਾ ਫਲ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਹੀਂ ਖਾਣਾ, ਵਰਜਿਆ ਸੀ। ਵੀ ਉਹ ਕਹਿੰਦੇ ਵੀ ਇਹ ਤੇ ਰੱਬ ਆਪ ਖਾਂਦਾ ਹੈ, ਸਭ ਤੋਂ ਸਵਾਦਲਾ ਫਲ ਹੈ, ਤੁਸੀਂ ਇਹ ਖਾਓ। ਉਹਨਾਂ ਦੇ ਮਨ ਨੂੰ ਉਹਨੇ ਭਰਮ ਭੁਲੇਖੇ ਵਿੱਚ ਪਾਇਆ, ਉਹਨਾਂ ਨੇ ਉਹ ਫਲ ਖਾ ਲਿਆ ਤੇ ਉਹਦੇ ਬਦਲੇ ਆਦਮ ਔਰ ਹਵਾ ਨੂੰ ਧਰਤੀ ਤੇ ਉੱਥੋਂ ਸਵਰਗ ਚੋਂ ਬਾਹਰ ਕੱਢ ਦਿੱਤਾ ਗਿਆ। ਐਵੇਂ ਦੀ ਕੁਛ ਉਹਨਾਂ ਦੀ ਮਨੌਤ ਹੈ ਕਿ ਸ਼ੈਤਾਨ ਕੋਈ ਐਸੀ ਚੀਜ਼ ਜਾਂ ਵਿਅਕਤੀ ਹੈ ਜੋ ਬੰਦੇ ਨੂੰ ਭਟਕਾ ਦਿੰਦਾ ਹੈ। ਈਸਾਈ ਵੀ ਮੰਨਦੇ ਨੇ, ਹਿੰਦੂ ਵੀਰ ਮਾਇਆ ਮੰਨਦੇ ਨੇ ਕਿ ਮਾਇਆ ਬੰਦੇ ਨੂੰ ਭਟਕਾ ਦਿੰਦੀ ਹੈ। ਪਰ ਇੱਥੇ ਜੋ ਸ਼ੈਤਾਨ ਕਿਹਾ ਜਾ ਰਿਹਾ ਨਾ, ਇੱਥੇ ਸ਼ੈਤਾਨ ਮਨ ਵਾਸਤੇ ਕਿਹਾ ਜਾ ਰਿਹਾ। ਤੇ ਇਹ ਜੋ ਵੰਜਾਇਆ ਸ਼ਬਦ ਹੈ ਨਾ, ਇਹਨੂੰ ਜੱਜਾ ਨਹੀਂ ਪੜਨਾ, ਵੰਜਾਇਆ ਝੱਜਾ ਵੀ ਨਹੀਂ ਪੜਨਾ। ਕਈ ਵਾਰੀ ਵੰਜਾਇਆ ਕਹਿ ਦਿੰਦੇ ਆ, ਝੱਜਾ ਬੋਲ ਜਾਂਦਾ। ਇਹ ਨੰਨਾ ਸ਼ਬਦ ਹੈ, ਨੰਨਾ। ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ। ਪਰ ਜਿਨ੍ਹਾਂ ਬੰਦਿਆਂ ਨੂੰ ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ਆਪਣੇ ਚਿੱਤ ਨੂੰ ਫੇਰ ਸਕਦੇ ਨੇ। ਤਾਂ ਫਰੀਦਾ ਕੂਕੇਂਦਿਆਂ ਚਾਗੇਂਦਿਆਂ ਮੱਤੀ ਦੇਂਦਿਆਂ ਨਿਤ। ਫਰੀਦ ਜੀ ਕਹਿ ਰਹੇ ਨੇ ਵੀ ਕਿੰਨਾ ਵੀ ਪੁਕਾਰ ਪੁਕਾਰ ਕੇ ਆਖੀਏ ਔਰ ਨਿਤ ਮੱਤਾਂ ਦਈਏ, ਪੁਕਾਰ ਪੁਕਾਰ ਕੇ ਕਹੀਏ, ਕੂਕ ਕੂਕ ਕੇ, ਚੀਕਾ ਮਾਰ ਮਾਰ ਕੇ, ਉੱਚੀ ਆਵਾਜ਼ ਵਿੱਚ ਕਿ ਭਾਈ ਮਾੜੇ ਕੰਮ ਨਾ ਕਰੋ, ਸੱਚ ਬੋਲੋ, ਪਿਆਰ ਦੇ ਨਾਲ ਰਹੋ, ਇਮਾਨਦਾਰੀ ਵਾਲੀ ਜ਼ਿੰਦਗੀ ਜੀਓ, ਕਿਸੇ ਦਾ ਨੁਕਸਾਨ ਨਾ ਕਰੋ, ਬੇਗਾਨੇ ਹੱਕ ਨਾ ਖਾਓ, ਦਇਆ ਧਰਮ ਧੀਰਜ ਆਦਿਕ ਦੀ ਪਾਲਣਾ ਕਰੋ, ਇਨਸਾਨੀਅਤ ਵਾਲੀ ਜ਼ਿੰਦਗੀ ਜੀਵੋ। ਤਾਂ ਕੋਈ ਮੰਨਦਾ ਹੈ? ਕੋਈ ਨਹੀਂ ਮੰਨਦਾ। ਤੇ ਕੋਈ ਦਾ ਮਤਲਬ ਇਹ ਨਹੀਂ ਕਿ ਅਸੀਂ ਮੰਨੇ ਹੋਏ ਆ। ਹੁਣ ਆਪਣੇ ਵੱਲ ਝਾਤ ਮਾਰ ਕੇ ਵੇਖੋ ਕਿ ਸਾਡਾ ਮਨ ਮੰਨ ਗਿਆ। ਆਪਣੀ ਜ਼ਿੰਦਗੀ ਦੇ ਤਜਰਬੇ ਵੱਲ ਅਸਾਂ ਵੇਖਣਾ ਕਿ ਜੋ ਗੁਰਬਾਣੀ ਵਿੱਚ ਅੱਜ ਤੱਕ ਅਸਾਂ ਪੜ੍ਹਿਆ ਹੈ, ਜਿੰਨੀ ਜਿੰਨੀ ਸਾਡੀ ਉਮਰ ਹੋ ਗਈ, ਜੋ ਅਸੀਂ ਗੁਰਬਾਣੀ ਵਿੱਚ ਅੱਜ ਤੱਕ ਪੜ੍ਹਿਆ ਔਰ ਜੋ ਸਮਝ ਸਾਨੂੰ ਪਈ, ਕਿ ਅਸੀਂ ਉਹਨੂੰ ਹੂ ਬਹੂ ਮੰਨ ਲਿਆ ਸਾਡੇ ਮਨ ਨੇ, ਕਿ ਸਾਡੀ ਸੋਚ ਉਵੇਂ ਦੀ ਬਣ ਗਈ ਹੈ।
ਕੀ ਸੋਚ ਉਵੇਂ ਦੀ ਬਣ ਗਈ ਹੈ? ਕੀ ਸਾਡੇ ਬੋਲ ਗੁਰਬਾਣੀ ਵਰਗੇ ਹੈ ਨੇ? ਸਾਡਾ ਬਿਹੇਵੀਅਰ ਐਸਾ ਹੈ? ਤਾਂ ਬਹੁਤੀ ਥਾਈਂ ਬਹੁਤਾਤ ਗਿਣਤੀ ਵਿੱਚ ਉੱਤਰ ਅੰਦਰੋਂ ਆਏਗਾ ਨਹੀਂ, ਐਸਾ ਨਹੀਂ ਹੈ, ਪ੍ਰੋਬਲਮ ਹੈ। ਤਾਂ ਇੱਥੇ ਮਨ ਦੀ ਗੱਲ ਹੋ ਰਹੀ ਹੈ, ਕਿਉਂ ਨਹੀਂ? ਜੋ ਸ਼ੈਤਾਨ ਵੰਜਾਇਆ, ਜਿਸ ਨੂੰ ਸ਼ੈਤਾਨ ਮਨ ਨੇ ਵੰਜਾਇਆ ਦਾ ਮਤਲਬ ਕਿ ਸਿੱਧੇ ਰਾਸਤੇ ਤੋਂ ਭੁਲਾ ਦਿੱਤਾ ਹੈ, ਵਿਗਾੜ ਦਿੱਤਾ ਹੈ। ਸੇ ਕਿਤ ਫੇਰੈ ਚਿੱਤ, ਉਹ ਆਪਣੇ ਚਿੱਤ ਨੂੰ ਕਿਵੇਂ ਬਦਲ ਸਕਦੇ ਨੇ? ਚਿੱਤ ਦਾ ਮਤਲਬ ਸੋਚ ਨੂੰ ਕਿਵੇਂ ਬਦਲ ਸਕਦੇ ਨੇ? ਉਹ ਜਿਹੜੀ ਮੋਹ ਦੀ ਪੋਟਲੀ ਕਿੱਥੇ ਬੰਨਾ ਘਾਤੋਂ ਮੋਹ ਦੀ ਪੋਟਲੀ ਨੂੰ ਕਿੱਥੇ ਸੁੱਟਣਗੇ? ਨਹੀਂ ਸੁੱਟਣਗੇ। ਉਹ ਝੂਠ ਵੱਲੋਂ ਸੱਚ ਵਾਲੇ ਪਾਸੇ ਨਹੀਂ ਪਰਤਣਗੇ। ਕਿਉਂ? ਕਿਉਂਕਿ ਸ਼ੈਤਾਨ ਮਨ ਨੇ ਵੰਜਾ ਦਿੱਤਾ ਨਾ, ਮਨ ਨੂੰ ਸ਼ੈਤਾਨੀ ਦੇ ਰੂਪ ਵਿੱਚ ਵਰਤ ਰਹੇ ਨੇ। ਤਾਂ ਹੁਣ ਇੱਥੇ ਸਾਡਾ ਮਨ ਦੀ ਗੱਲ ਹੋ ਰਹੀ ਹੈ ਕਿ ਮਨ ਨੂੰ ਕੰਟਰੋਲ ਵਿੱਚ ਕਰਨਾ ਸੀ। ਹਰ ਬੰਦੇ ਨੂੰ ਚੰਗੇ ਸਿੱਧੇ ਪੁੱਠੇ ਪਾਸੇ ਮਨ ਲਾਉਂਦਾ ਹੈ, ਮਨ ਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ। ਜਦੋਂ ਕੋਈ ਸ਼ਰਾਬ ਪੀਂਦਾ ਹੈ ਨਾ, ਹੌਲੇ ਹੌਲੇ ਉਹ ਨਸ਼ਈ ਹੋ ਜਾਂਦਾ ਹੈ। ਤਾਂ ਜਦੋਂ ਪਹਿਲੇ ਦਿਨ ਉਹਨੂੰ ਕੋਈ ਕਹਿੰਦਾ ਨਾ ਸ਼ਰਾਬ ਦਾ ਪੈਗ ਲਾ ਲੈ, ਉਹ ਕਹਿੰਦਾ ਨਾ, ਅੰਦਰੋਂ ਆਵਾਜ਼ ਆਉਂਦੀ ਨਾ, ਮੈਂ ਨਹੀਂ, ਨਾ 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 ਨਾ। ਤੇ ਦੂਜਾ ਫਿਰ ਕਹਿੰਦਾ ਉਹ ਲਾ ਲੈ ਯਾਰ, ਕੀ ਹੋ ਜਾਏਗਾ, ਕੁਛ ਨਹੀਂ, ਸਾਨੂੰ 20 ਸਾਲ ਹੋ ਗਏ ਪੀਂਦਿਆਂ। ਲੇਕਿਨ ਫਿਰ ਆਵਾਜ਼ ਆਉਂਦੀ ਹੈ ਤੇ ਫਿਰ ਆਖਿਰ ਮਨ ਮੰਨ ਜਾਂਦਾ, ਪੀ ਲੈਂਦਾ ਇੱਕ ਪੈਗ। ਦੁਬਾਰਾ ਜਦੋਂ ਫਿਰ ਪੀਂਦਾ ਨਾ, ਫਿਰ ਅੰਦਰੋਂ ਆਵਾਜ਼ ਆਉਂਦੀ ਹੈ ਕਿ ਗਲਤ ਹੈ। ਪਹਿਲੇ ਦਿਨ ਪੀ ਕੇ ਵੀ ਸੋਚਦਾ ਗਲਤ ਹੈ, ਦੁਬਾਰਾ ਫਿਰ ਆਵਾਜ਼ ਆਉਂਦੀ ਹੈ, ਪਰ ਫਿਰ ਪੀ ਲੈਂਦਾ। ਤੀਜੀ ਵਾਰੀ ਉਹ ਆਵਾਜ਼ ਮਦਮ ਆਈ ਜਾਂਦੀ ਹੈ, ਅੰਦਰੋਂ ਫਿਰ ਸੱਚ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ, ਕਿਉਂਕਿ ਮਨ ਦੇ ਅੰਦਰ ਸੰਸਕਾਰ ਉਹ ਪੱਕੇ ਹੋਈ ਜਾ ਰਹੇ ਨੇ। ਇਹ ਸ਼ਰਾਬ ਦੀ ਮੈਂ ਇੱਕ ਮਿਸਾਲ ਲੈ ਲਈ, ਗੱਲ ਕੱਲੀ ਸ਼ਰਾਬ ਦੀ ਨਹੀਂ ਹੈ। ਜਦੋਂ ਬੰਦਾ ਝੂਠ ਬੋਲਦਾ ਹੈ, ਵਿਕਾਰ ਕਮਾਉਂਦਾ ਹੈ, ਬੇਗਾਨੀ ਧੀ ਭੈਣ ਵੱਲ ਵੇਖਦਾ ਹੈ, ਬੇਗਾਨਾ ਹੱਕ ਖਾਂਦਾ ਹੈ, ਤਾਂ ਅੰਦਰੋਂ ਇੱਕ ਵਾਰੀ ਆਵਾਜ਼ ਤੇ ਆਉਂਦੀ ਹੈ ਵੀ ਠੀਕ ਨਹੀਂ, ਗਲਤ। ਲੇਕਿਨ ਬੰਦਾ ਨਹੀਂ ਸੁਣਦਾ ਔਰ ਆਪਣੇ ਮਨ ਦੀ ਗੱਲ ਨੂੰ ਸੁਣ ਲੈਂਦਾ, ਸੱਚ ਦੀ ਗੱਲ ਨੂੰ ਨਹੀਂ ਸੁਣਦਾ ਔਰ ਵਿਕਾਰਾਂ ਵਾਲੇ ਪਾਸੇ ਖਚਤ ਹੋਈ ਜਾਂਦਾ ਹੈ। ਫਿਰ ਉਹਦੇ ਸੰਸਕਾਰ ਪੈਦਾ ਹੋਈ ਜਾਂਦੇ ਨੇ। ਜੋ ਲਰਨਿੰਗ ਪ੍ਰੋਸੈਸਿੰਗ ਹੈ ਸਾਡੇ ਅੰਦਰ, ਉਹਦੇ ਮੁਤਾਬਕ ਫਿਰ ਉਹ ਸਿੱਖੀ ਜਾਂਦਾ ਹੈ, ਉਹਦੀਆਂ ਆਦਤਾਂ ਬਣਦੀਆਂ ਜਾਂਦੀਆਂ ਨੇ। ਜਿਵੇਂ ਅਸੀਂ ਕੱਲ ਵੀ ਵਿਚਾਰ ਕੀਤੀ ਸੀ, ਜੈਸੀ ਇਨਪੁਟ ਵੈਸੀ ਆਊਟਪੁੱਟ, ਜਿਹਾ ਬੀਜੈ ਸੋ ਲੁਣੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਬੇਸ਼ੱਕ ਜਿੰਨਾ ਮਰਜ਼ੀ ਪੁਕਾਰ ਪੁਕਾਰ ਕੇ ਆਖੀਏ, ਨਿਤ ਮੱਤਾਂ ਦੇਈਏ, ਪਰ ਜਿਸ ਨੂੰ ਸ਼ੈਤਾਨ ਮਨ ਨੇ ਖੁੰਝਾ ਦਿੱਤਾ ਹੋਵੇ, ਉਹ ਆਪਣੇ ਚਿੱਤ ਨੂੰ ਫੇਰਦੇ ਨਹੀਂ। ਹੁਣ ਇੱਥੇ ਪ੍ਰੋਬਲਮ ਮਨ ਦੀ ਹੈ, ਕਿਉਂਕਿ ਸਾਡੇ ਮਨ ਦੇ ਅੰਦਰ ਕਰੀਬ 60,000 ਵਿਚਾਰ 24 ਘੰਟਿਆਂ ਵਿੱਚ ਪੈਦਾ ਹੁੰਦੇ ਨੇ। ਤਾਂ ਜ਼ਰੂਰਤ ਇਸ ਚੀਜ਼ ਨੂੰ ਕੰਟਰੋਲ ਕਰਨ ਦੀ ਹੈ। ਗੁਰੂ ਤੋਂ ਗਿਆਨ ਲੈਣ ਦੀ ਲੋੜ ਹੈ, ਮਨ ਨੂੰ ਮਤ ਦੇ ਅਧੀਨ ਕਰਨ ਦੀ ਲੋੜ ਹੈ, ਕਿਉਂਕਿ ਮਨ ਨੂੰ ਜੇ ਆਜ਼ਾਦ ਛੱਡੋਗੇ ਨਾ, ਇਹ ਮਨ ਨੌਕਰ ਹੈ। ਜੇ ਇਹਨੂੰ ਆਪਣੇ ਅੰਡਰ ਰੱਖੋਗੇ ਤੇ ਬਹੁਤ ਚੰਗਾ ਨੌਕਰ ਹੈ, ਤੁਹਾਨੂੰ ਬਹੁਤ ਉੱਚਾ ਪਹੁੰਚਾ ਦੇਗਾ। ਤੇ ਜੇ ਇਹ ਤੁਹਾਡਾ ਮਾਲਕ ਬਣ ਗਿਆ ਨਾ, ਇਹਨੂੰ ਮਾਲਕ ਬਣਾ ਲੋਗੇ, ਫਿਰ ਇਹ ਬੜਾ ਖੁਆਰ ਵੀ ਕਰੇਗਾ। ਇਸ ਲਈ ਮਨ ਨੂੰ ਮਤ ਦੇ ਅਧੀਨ ਰੱਖਣਾ ਸੀ। ਅਸੀਂ ਰੋਜ਼ ਅਰਦਾਸ ਕਰਨਾ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਯਾਨੀ ਜੋ ਮਨ ਦੇ ਅੰਦਰ ਵਿਚਾਰ ਆਵੇ, ਉਹਨੂੰ ਸੱਚ ਦੀ ਕਸਵੱਟੀ ਤੇ ਪਰਖੋ ਕਿ ਕੀ ਇਹ ਵਿਚਾਰ ਗੁਰਬਾਣੀ ਮੁਤਾਬਕ ਠੀਕ ਹੈ। ਜੇ ਉਹ ਠੀਕ ਹੋਵੇ ਤੇ ਉਹਨੂੰ ਅਮਲ ਵਿੱਚ ਲਿਆਓ, ਨਹੀਂ ਤਾਂ ਉਹਨੂੰ ਡਿਲੀਟ ਕਰ ਦਿਓ। ਇਹਨੂੰ ਕਹਿੰਦੇ ਨੇ ਮਤ ਉੱਚੀ ਰੱਖਣੀ। ਤਾਂ ਗੁਰੂ ਗਿਆਨ ਰਾਹੀਂ ਅਸੀਂ ਆਪਣੇ ਮਨ ਨੂੰ ਬਦਲ ਸਕਦੇ ਹਾਂ, ਪਰ ਜੇ ਮਨ ਦੇ ਅਧੀਨ ਰਹਿ ਕੇ ਕਰੀ ਜਾਵਾਂਗੇ ਤਾਂ ਫਿਰ ਉਹਨੂੰ ਜਿੰਨਾ ਮਰਜ਼ੀ ਕਹੀ ਜਾਓ, ਉਹ ਵਿਗੜਦਾ ਜਾਏਗਾ, ਉਹ ਸੁਧਰੇਗਾ ਨਹੀਂ। ਤਾਂ ਹੁਣ ਅਗਲੇ ਸ਼ਲੋਕ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਸਾਨੂੰ ਫਿਰ ਕੀ ਕਰਨ ਦੀ ਲੋੜ ਹੈ। ਕਹਿੰਦੇ ਨੇ, ਫਰੀਦਾ ਥਿਓ ਪਵਾਹੀ ਦਬ। ਪਵਾਹੀ ਦਾ ਮਤਲਬ ਪੈ ਦੀ, ਰਾਸਤਾ। ਦਬ ਦਾ ਮਤਲਬ ਕੁਸ਼ਾ। ਇੱਕ ਘਾਹ ਹੁੰਦਾ ਹੈ ਦਬ, ਜਿਹਨੂੰ ਪੰਜਾਬੀ ਲੋਕ ਕਰੀਬ ਤੁਸੀਂ ਸਾਰੇ ਹੀ ਜਾਣਦੇ ਹੋ। ਥਿਓ ਦਾ ਮਤਲਬ ਹੋ ਜਾ।
ਬਾਬਾ ਫਰੀਦ ਜੀ ਕਹਿੰਦੇ ਨੇ ਤੂੰ ਪੈ ਦੀ ਦੱਬ ਬਣ ਜਾ, ਰਾਸਤੇ ਦੀ ਦੱਬ। ਦੱਬ ਦਾ ਮਤਲਬ ਕੁਸ਼ਾ। ਜੇ ਸਾਈਂ ਲੋੜ ਹੈ ਸਭ, ਸਭ ਦਾ ਮਤਲਬ ਹਰ ਥਾਂ। ਜੇ ਤੂੰ ਮਾਲਕ ਨੂੰ ਹਰ ਥਾਂ ਵੇਖਣਾ ਚਾਹੁੰਦਾ ਹੈ, ਹਰ ਇੱਕ ਇਨਸਾਨ ਵਿੱਚ, ਹਰ ਥਾਂ ਤੇ, ਜੇ ਰੱਬ ਨੂੰ ਅਨੁਭਵ ਕਰਨਾ ਚਾਹੁੰਦਾ ਹੈ, ਮਹਿਸੂਸ ਕਰਨਾ ਚਾਹੁੰਦਾ ਹੈ, ਵੇਖਣਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਪਹਿਲਾ ਨਿਯਮ ਇਹ ਹੈ, ਪੈ ਦੀ ਦੱਬ ਬਣ ਜਾ। ਸ਼ੈਤਾਨ ਮਨ ਦੀ ਗੱਲ ਨੂੰ ਛੱਡ, ਹੰਕਾਰ ਨੂੰ ਛੱਡ, ਪੈ ਦੀ ਦੱਬ ਬਣ। ਇੱਕ ਛਿੱਜੇ ਹੈ ਬੀਆ ਲਤਾੜੀਆਂ, ਇੱਕ ਛਿੱਜੇ, ਛਿੱਜਿਆਂ ਦਾ ਮਤਲਬ ਉਸ ਦੱਬ ਨੂੰ ਕੱਟਦੇ ਨੇ। ਕਿਸੇ ਦੱਬ ਦੇ ਬੂਟੇ ਨੂੰ ਕੱਟਿਆ ਜਾਂਦਾ ਹੈ, ਤੋੜਦੇ ਨੇ। ਬੀਆ ਦਾ ਮਤਲਬ ਕਈ ਹੋਰ, ਲਤਾੜੀਆਂ ਦਾ ਮਤਲਬ ਲਤਾੜਦੇ ਨੇ। ਇੱਕ ਬੂਟੇ ਨੂੰ ਲੋਕ ਕੱਟਦੇ ਨੇ, ਪੈਰਾਂ ਥੱਲੇ ਲਤਾੜਦੇ ਨੇ, ਤਾਂ ਸਾਈਂ ਦੇ ਦਰ ਵਾੜੀਏ, ਤਾਂ ਮਾਲਕ ਦੇ ਦਰ ਦੇ ਉੱਤੇ ਉਹਨੂੰ ਵਾੜਿਆ ਜਾਂਦਾ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣਾ। ਜਿਵੇਂ ਦੱਬੇ ਵੱਢ ਕੇ ਕਿਸੇ ਨੇ ਘਰ ਲਿਆਣੀ ਹੈ, ਤਾਂ ਉਹਨੂੰ ਬੰਦਾ ਪਹਿਲਾਂ ਵੱਢੇਗਾ, ਤਾਂ ਉਹ ਦੱਬ ਵਢੀਣ ਵਾਸਤੇ ਤਿਆਰ ਹੋ ਗਈ। ਲਤਾੜੀਏ, ਫਿਰ ਉਹਨੂੰ ਲਤਾੜਿਆ ਜਾਏਗਾ, ਉਹਦੀ ਪੰਡ ਬੰਨੀ ਜਾਏਗੀ, ਉਹ ਪੰਡ ਵਿੱਚ ਵੱਜਣ ਲਈ ਵੀ ਤਿਆਰ ਹੋ ਗਈ। ਪਹਿਲਾਂ ਉਹਨੂੰ ਵੱਢਿਆ, ਪੈਰਾਂ ਨਾਲ ਲਤਾੜਿਆ, ਪੰਡ ਬੰਨੀ, ਤਾਂ ਫਿਰ ਜਦੋਂ ਉਹ ਕੱਟਣ ਲਈ ਵੀ ਤਿਆਰ ਹੋ ਗਈ, ਬਧੀਨ ਲਈ ਵੀ ਤਿਆਰ ਹੋ ਗਈ, ਫਿਰ ਉਹ ਹੀ ਬੰਦਾ ਉਹਨੂੰ ਆਪਣੇ ਸਿਰ ਤੇ ਚੁੱਕ ਕੇ ਤੇ ਆਪਣੇ ਘਰ ਲੈ ਜਾਂਦਾ, ਮਾਲਕ ਦੇ ਘਰ ਵਿੱਚ ਵਾੜੀ ਜਾਂਦੀ। ਤਾਂ ਗੁਰਦੇਵ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਨੇ, ਜਿਵੇਂ ਭਗਤ ਕਬੀਰ ਜੀ ਦੇ ਸਰੂਪਾਂ ਵਿੱਚ ਆਪਾਂ ਵਿਚਾਰ ਕੀਤੀ ਸੀ ਨਾ, ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਤੇ ਫਿਰ ਉਹਨਾਂ ਨੇ ਸਮਝਾਇਆ ਸੀ ਵੀ ਰੋੜੇ ਵਿੱਚ ਵੀ ਕਮੀ ਹੈ। ਕਬੀਰ ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਹਰ ਜਨ ਇਹੋ ਜਿਹਾ ਚਾਹੀਦਾ। ਫਿਰ ਕਹਿਣ ਲੱਗੇ ਮਿੱਟੀ ਵਿੱਚ ਵੀ ਕਮੀ ਹੈ, ਕਿ ਉਹ ਚੋਟ ਤੇ ਨਹੀਂ ਪਹੁੰਚਾਉਂਦੀ, ਪਰ ਕੱਪੜਿਆਂ ਨੂੰ ਲੱਗ ਕੇ ਅੰਗਾਂ ਨੂੰ ਮੈਲਾ ਕਰਦੀ ਹੈ। ਖੇਹ ਹੋਈ ਤਾਂ ਕਿਆ ਪਿਆ, ਜੋ ਉਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਪਾਣੀ ਵਰਗਾ ਬਣ। ਪਾਣੀ ਦੇ ਅੰਦਰ ਵੀ ਇੱਕ ਕਮੀ ਦੇਖ ਰਹੇ ਨੇ, ਕਿ ਸੀਰਾ ਤਾਤਾ ਹੋਏ, ਕਿ ਉਹ ਹਾਲਾਤ ਨੂੰ ਕਬੂਲ ਕਰ ਰਿਹਾ ਹੈ। ਧੁੱਪੇ ਰੱਖਿਆ ਗਰਮ ਹੋ ਗਿਆ, ਛਾਵੇਂ ਰੱਖਿਆ ਠੰਡਾ ਹੋ ਗਿਆ। ਇਸੇ ਤਰ੍ਹਾਂ ਜੇ ਤੇਰੀ ਕਿਸੇ ਨੇ ਸਿਫਤ ਕੀਤੀ ਤਾਂ ਤੈਨੂੰ ਬੜਾ ਚੰਗਾ ਲੱਗਾ, ਤੇ ਜੇ ਕਿਸੇ ਨੇ ਤੇਰਾ ਔਗਣ ਦੱਸ ਦਿੱਤਾ ਤੇ ਤੂੰ ਭੜਕ ਪਿਆ। ਸਥਿਰਤਾ ਨਹੀਂ। ਤਾਂ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਪਿਆਰਾ ਐਵੇਂ ਚਾਹੀਦਾ ਜਿਵੇਂ ਰੱਬ ਹੀ ਹੋਵੇ, ਰੱਬ ਵਰਗਾ ਹੀ ਹੋਵੇ। ਜਿਵੇਂ ਭਗਤ ਕਬੀਰ ਜੀ ਨੇ ਸਾਨੂੰ ਨਿਮਰਤਾ ਵਿੱਚ ਰਹਿਣਾ ਸਿਖਾਇਆ ਨਾ, ਰੋੜਾ, ਖੇ, ਪਾਣੀ ਦਾ ਪ੍ਰਮਾਣ ਲੈ ਕੇ, ਇੱਥੇ ਬਾਬਾ ਫਰੀਦ ਜੀ ਦੱਬ ਦਾ ਪ੍ਰਮਾਣ ਲੈ ਕੇ ਸਾਨੂੰ ਹੰਕਾਰ ਤੋਂ ਛੁਟਕਾਰਾ ਦਿਵਾ ਰਹੇ। ਥੀਓ ਪਵਾਹੀ ਦੱਬ, ਕਿ ਪੈ ਦੀ ਦੱਬ ਬਣ ਜਾ, ਕੋਈ ਤੈਨੂੰ ਵੱਢੇਗਾ, ਕੋਈ ਤੈਨੂੰ ਲਤਾੜੇਗਾ। ਯਾਨੀ ਨਿਮਰਤਾ ਦੇ ਵਿੱਚ ਰਹੋ, ਆਪਣੇ ਈਗੋ ਨੂੰ ਛੱਡ। ਨਾ ਤੇਰੇ ਵਿੱਚ ਇਨਫੀਰੀਓਰਿਟੀ ਕੰਪਲੈਕਸ ਹੋਵੇ, ਨਾ ਤੇਰੇ ਵਿੱਚ ਸੁਪਰੀਓਰਿਟੀ ਕੰਪਲੈਕਸ ਹੋਵੇ। ਜਦੋਂ ਨਿਮਰਤਾ ਵਿੱਚ ਰਹੇਗਾ ਤਾਂ ਸਾਈਂ ਦੇ ਦਰ ਵਾੜੀਏ, ਤਾਂ ਤੈਨੂੰ ਰੱਬ ਦੇ ਦਰ ਤੇ ਕਬੂਲ ਕਰ ਲਿਆ ਜਾਵੇਗਾ, ਕਬੂਲ ਹੋ ਜਾਏਗਾ ਮਾਲਕ ਦੇ ਦਰ ਤੇ। ਤਾਂ ਦੇਖੋ ਹੁਣ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ, ਸਭ ਦਾ ਮਤਲਬ ਹਰ ਥਾਂ ਤੇ। ਲੋੜੇ ਦਾ ਮਤਲਬ ਜੇ ਤੂੰ ਚਾਹੁੰਦਾ ਹੈ ਵੇਖਣਾ, ਕਿ ਤੈਨੂੰ ਚੁਫੇਰ ਇੱਕ ਮਾਲਕ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਉਹਦਾ ਰੂਪ ਨਜ਼ਰੀ ਪਵੇ, ਹਰ ਇਨਸਾਨ ਰੱਬ ਰੂਪ ਨਜ਼ਰੀ ਪਵੇ, ਤਾਂ ਉਹਦੇ ਵਾਸਤੇ ਤੈਨੂੰ ਈਗੋ ਤਿਆਗਣੀ ਪਵੇਗੀ। ਈਗੋ ਦੇ ਦੋਵੇਂ ਰੂਪ ਖਤਮ ਕਰਨੇ ਪੈਣਗੇ, ਇਨਫੀਰੀਓਰਿਟੀ ਕੰਪਲੈਕਸ ਵੀ ਔਰ ਸੁਪਰੀਓਰਿਟੀ ਕੰਪਲੈਕਸ ਵੀ। ਫਿਰ ਤੈਨੂੰ ਇਸ ਦਿਸਦਾ ਹੋਇਆ ਜਗਤ ਰੱਬ ਦਾ ਹੀ ਰੂਪ ਦਿਸੇਗਾ। ਜਦੋਂ ਹੁਣ ਤਾਂ ਮੈਂ ਸਮਝ ਰਿਹਾ ਕਿ ਮੈਂ ਵਿਦਵਾਨ, ਮੈਂ ਸੋਹਣਾ, ਮੈਂ ਜਵਾਨ, ਮੈਂ ਅਮੀਰ, ਮੈਂ ਇਹ ਉਹ, ਪਰ ਜਦੋਂ ਮੇਰੇ ਅੰਦਰੋਂ ਇਹ ਸੁਪਰੀਓਰਿਟੀ ਕੰਪਲੈਕਸ ਖਤਮ ਹੋਏਗਾ ਨਾ, ਇਨਫੀਰੀਓਰਿਟੀ ਕੰਪਲੈਕਸ ਵੀ ਖਤਮ ਹੋਏਗਾ,
ਫਿਰ ਮੈਨੂੰ ਦਿਸੇਗਾ ਵੀ ਯਾਰ ਸਾਰੇ ਇਨਸਾਨ ਮੇਰੇ ਵਰਗੇ ਨੇ। ਫਿਰ ਮੈਨੂੰ ਦਿਸੇਗਾ ਕਿ ਮੈਂ ਵੀ ਦੂਜੇ ਇਨਸਾਨਾਂ ਵਰਗਾ ਇਨਸਾਨ ਹਾਂ। ਜੋ ਭਾਵਨਾਵਾਂ ਮੇਰੀਆਂ ਨੇ, ਦੂਜਿਆਂ ਦੀਆਂ ਭਾਵਨਾਵਾਂ ਵੀ ਉਹੀ ਨੇ। ਮੈਂ ਆਦਰ ਚਾਹੁੰਦਾ ਹਾਂ, ਮੈਂ ਪ੍ਰੇਮ ਚਾਹੁੰਦਾ ਹਾਂ, ਮੈਂ ਮੁਕਤੀ ਚਾਹੁੰਦਾ ਹਾਂ, ਸੁਖ ਚਾਹੁੰਦਾ ਹਾਂ। ਦੂਜੇ ਵੀ ਆਦਰ ਚਾਹੁੰਦੇ ਨੇ, ਪ੍ਰੇਮ ਚਾਹੁੰਦੇ ਨੇ, ਸੁਖ ਚਾਹੁੰਦੇ ਨੇ, ਮੁਕਤੀ ਚਾਹੁੰਦੇ ਨੇ। ਫਿਰ ਮੈਨੂੰ ਤੁਹਾਡੇ ਵਿੱਚ ਆਪਣਾ ਆਪਾ ਦਿਸੇਗਾ ਔਰ ਮੇਰੇ ਵਿੱਚ ਤੁਹਾਡਾ ਆਪਣਾ ਆਪਾ ਦਿਸੇਗਾ। ਫਿਰ ਮੇਰੇ ਔਰ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਫਿਰ ਮੇਰਾ ਆਪਣੇ ਆਪੇ ਦਾ ਹੀ ਅਵਿਸਥਾਰ ਸੰਸਾਰ ਮੈਨੂੰ ਨਜ਼ਰ ਪਵੇਗਾ ਔਰ ਮੈਂ ਇਸ ਸੰਸਾਰ ਦਾ ਹੀ ਇੱਕ ਨਿੱਕਾ ਜਿਹਾ ਕਣ ਆਪਣੇ ਆਪ ਨੂੰ ਮੰਨਾਂਗਾ। ਇਹ ਸੰਸਾਰ ਇੱਕ ਸਮੁੰਦਰ ਹੋਏਗਾ ਤੇ ਮੈਂ ਵੀ ਉਸ ਸਮੁੰਦਰ ਦਾ ਇੱਕ ਨਿੱਕਾ ਜਿਹਾ ਬੁਲਬੁਲਾ ਔਰ ਨਿੱਕੀ ਜਿਹੀ ਲਹਿਰ ਹੋਵਾਂਗਾ। ਇਹ ਜਿਹੜੇ ਭਰਮ ਭੇਦ ਨੇ, ਇਹ ਸਾਰੇ ਤਾਂ ਮਿਟਣਗੇ ਜੇ ਅਸੀਂ ਆਪ ਹੁਦਰਾਪਨ ਨੂੰ ਛੱਡ ਕੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਾਂਗੇ, ਆਪਣੇ ਅੰਦਰੋਂ ਈਗੋ ਹੰਕਾਰ ਨੂੰ ਖਤਮ ਕਰਾਂਗੇ। ਫਿਰ ਹਰ ਥਾਂ ਦੇ ਉੱਤੇ, ਹਰ ਇੱਕ ਦੇ ਅੰਦਰ, ਵਾਸਤਵ ਦੇ ਅੰਦਰ ਹੀ ਰੱਬੀ ਗੁਣ, ਰੱਬ ਦਿਸੇਗਾ। ਤਾਂ ਜੇ ਭਾਈ ਐਵੇਂ ਚਾਹੁੰਦੇ ਹੋ ਤੇ ਫਿਰ ਆਪਣੇ ਅੰਦਰ ਨਿਮਰਤਾ ਧਾਰਨ ਕਰੋ। ਅਗਲਾ ਬਚਨ ਕਰਦੇ ਨੇ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇਡ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ, ਮੁਇਆਂ ਉੱਪਰ ਹੋਏ। ਖਾਕ ਦਾ ਮਤਲਬ ਹੈ ਮਿੱਟੀ। ਇਸ ਲਫ਼ਜ਼ ਦੇ ਅਖੀਰ ਵਿੱਚ ਔਂਕੜ ਹੁੰਦਾ ਹੈ। ਇਸੇ ਤਰ੍ਹਾਂ ਹੋਰ ਲਫ਼ਜ਼ ਵੀ ਨੇ, ਖੰਡ, ਵਿਸ, ਜਿੰਦ। ਜਦੋਂ ਇਹਨਾਂ ਦੇ ਅੰਤ ਲਫ਼ਜ਼ਾਂ ਨਾਲ ਕੋਈ ਸੰਬੰਧਕ ਵਰਤੀਦਾ ਨਾ, ਜਾਂ ਇਹਨਾਂ ਨੂੰ ਕਿਸੇ ਕਾਰਕ ਰੂਪ ਦੇ ਵਿੱਚ ਵਰਤੀਦਾ, ਤਾਂ ਇਹਨਾਂ ਦਾ ਜਿਹੜਾ ਔਂਕੜ ਹੈ ਉਹ ਦੁਲੈਂਕੜ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਖਾਕ ਖਾਕੂ, ਜਿੰਦ ਤੋਂ ਜਿੰਦੂ, ਵਿਸ ਤੋਂ ਵਿਸੂ, ਜੇਡ ਤੋਂ ਜੇਡਾ ਵਰਗਾ, ਇਹਨਾਂ ਦੇ ਵਿੱਚ ਇਹ ਬਦਲਾਵ ਆਉਂਦਾ ਹੈ। ਤਾਂ ਇੱਥੇ ਖਾਕ ਦਾ ਮਤਲਬ ਮਿੱਟੀ, ਖਾਕੂ ਦਾ ਮਤਲਬ ਮਿੱਟੀ। ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ। ਖਾਕੂ ਜੇਡ ਨਾ ਕੋਏ, ਜੇਡ ਮਤਲਬ ਵਰਗਾ, ਕਿ ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਮਿੱਟੀ ਵਰਗਾ ਹੋਰ ਕੋਈ ਨਹੀਂ ਹੈ। ਮਿੱਟੀ ਦੇ ਖਿਲਾਫ ਨਾ ਬੋਲੋ, ਮਿੱਟੀ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਮਿੱਟੀ ਵਰਗਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ। ਮਿੱਟੀ ਬੜੀ ਮਹਾਨ ਹੈ, ਇਸ ਲਈ ਮਾਤਾ ਧਰਤ ਮਹੱਤਵ ਵੀ ਕਿਹਾ ਹੈ। ਮਹਾਨ ਕਿਵੇਂ ਹੈ? ਜੀਵਨ ਦਿਆਂ ਪੈਰਾਂ ਤਲੇ, ਜੀਵਦਿਆ ਲਿਖਿਆ ਨਾ, ਜੀਵਦਿਆ, ਇਹ ਜੀਵਦਿਆ ਨਹੀਂ, ਇਹਨੂੰ ਪੜਨਾ ਹੈ ਜੀਵਨ ਦਿਆਂ। ਪੈਰਾ, ਪੈਰਾ ਨਹੀਂ ਪੜਨਾ, ਪੈਰਾਂ। ਕਿਉਂਕਿ ਜਦੋਂ ਕਿਸੇ ਨਾਉਨ ਨੂੰ ਅਸੀਂ ਕੰਨਾ ਲਗਾ ਕੇ ਬਹੁਵਚਨ ਬਣਾਉਂਦੇ ਆ, ਤਾਂ ਉਸ ਦਾ ਜਿਹੜਾ ਉਚਾਰਨ ਹੈ ਉਹ ਨਾਸਕੀ ਹੋਏਗਾ, ਬਿੰਦੀ ਲਗਾ ਕੇ। ਪੈਰਾਂ ਅਸਲ ਸ਼ਬਦ ਹੈ ਪੈਰ। ਪੈਰ ਦੇ ਨਾਲ ਕੰਨਾ ਲਗਾ ਕੇ ਬਣਾਇਆ ਗਿਆ ਹੈ ਬਹੁਵਚਨ, ਸ਼ਬਦ ਬਣ ਗਿਆ ਪੈਰਾ, ਉਚਾਰਨ ਹੋਵੇਗਾ ਪੈਰਾਂ। ਜੀਵਨ ਦਿਆਂ ਪੈਰਾਂ ਤਲੇ, ਮੁਇਆਂ ਉੱਪਰ ਹੋਏ। ਤਲੇ ਦਾ ਮਤਲਬ ਹੇਠਾਂ। ਜਦੋਂ ਮਨੁੱਖ ਜਿਉਂਦਾ ਹੈ ਉਦੋਂ ਇਹ ਮਿੱਟੀ ਉਹਦੇ ਪੈਰਾਂ ਦੇ ਥੱਲੇ ਹੈ, ਤੇ ਜਦੋਂ ਬੰਦਾ ਮਰ ਜਾਂਦਾ ਨਾ ਉਦੋਂ ਇਹਦੇ ਉੱਤੇ ਹੋ ਜਾਂਦੀ ਹੈ। ਕਬਰ ਦੇ ਵਿੱਚ ਦਬਾਈ ਦਾ ਨਾ, ਮੁਸਲਮਾਨ ਵੀਰ ਮੁਰਦੇ ਨੂੰ ਕਬਰ ਵਿੱਚ ਦਬਾਉਂਦੇ ਨੇ, ਉਦੋਂ ਉਹਦੇ ਉੱਤੇ ਪੈ ਜਾਂਦੀ ਹੈ। ਇਸੇ ਤਰ੍ਹਾਂ ਗਰੀਬੀ ਸੁਭਾਅ ਦੀ ਰੀਸ ਨਹੀਂ ਹੋ ਸਕਦੀ। ਗਰੀਬੀ ਸੁਭਾਅ ਵਾਲਾ ਜਿਹੜਾ ਬੰਦਾ ਹੈ ਨਾ, ਜੀਵਨ ਦੇ ਪੈਰਾਂ ਤਲੇ ਉਹ ਨਿਮਰਤਾ ਵਿੱਚ ਰਹਿੰਦਾ ਹੈ। ਉਹ ਕਿਸੇ ਦੀ ਵਧੀਕੀ ਸਹਾਰ ਸਕਦਾ ਹੈ। ਹੋ ਸਕਦਾ ਉਹਨੂੰ ਕੋਈ ਟੀਚਰ ਕਰ ਦੇਵੇ, ਹੋ ਸਕਦਾ ਹੈ ਉਹਨੂੰ ਕੋਈ ਮਾੜਾ ਬੁਰਾ ਬੋਲੇ, ਪਰ ਮੁਇਆਂ ਉੱਪਰ ਹੋਏ, ਮੁਇਆਂ ਦਾ ਮਤਲਬ ਮਰਿਆ, ਆਪਣੇ ਮਨ ਨੂੰ ਮਾਰਨ ਕਰਕੇ, ਵਿਕਾਰਾਂ ਵੱਲੋਂ ਮਰਨ ਕਰਕੇ। ਉੱਪਰ ਹੋਏ ਦਾ ਮਤਲਬ ਸਾਰਿਆਂ ਤੋਂ ਉੱਤੇ ਹੁੰਦਾ। ਇਸ ਲਈ ਗਰੀਬੀ ਨੂੰ, ਜਿਵੇਂ ਮਿੱਟੀ ਨੂੰ ਨਿੰਦਿਆ ਨਹੀਂ ਨਾ ਜਾ ਸਕਦਾ, ਮਿੱਟੀ ਕਿੰਨੀ ਚੰਗੀ ਹੈ, ਜਦੋਂ ਤੱਕ ਅਸੀਂ ਜਿਉਂਦੇ ਹਾਂ ਸਾਡੇ ਪੈਰਾਂ ਥੱਲੇ ਹੈ।
ਮਾਤਾ ਧਰਤ ਮਹੱਤ ਹੈ, ਸਾਨੂੰ ਆਪਣੀ ਗੋਦ ਵਿੱਚ ਰੱਖ ਰਹੀ ਹੈ। ਅਸੀਂ ਧਰਤੀ ਤੇ ਤੁਰਦੇ ਆਂ, ਫਿਰਦੇ ਆਂ, ਆਰਾਮ ਕਰਦੇ ਆਂ, ਫਸਲਾਂ ਉਗਾਉਂਦੇ ਆਂ, ਸਾਰੀ ਜ਼ਿੰਦਗੀ ਧਰਤੀ ਦੀ ਗੋਦ ਵਿੱਚ ਰਹਿੰਦੇ ਆਂ, ਜਿਉਂਦਿਆਂ ਪੈਰਾਂ ਦੇ ਥੱਲੇ ਹੈ। ਤੇ ਜਦੋਂ ਅਸੀਂ ਮਰਦੇ ਆਂ ਉਦੋਂ ਸਾਨੂੰ ਆਪਣੇ ਅੰਦਰ ਆਪਣੀ ਗੋਦ ਵਿੱਚ ਲੈ ਲੈਂਦੀ ਹੈ, ਆਪਣੇ ਅੰਦਰ ਹੀ ਸਮਾ ਲੈਂਦੀ ਹੈ, ਮਿੱਟੀ ਵਿੱਚ ਮਿੱਟੀ ਹੋ ਜਾਂਦੇ ਆ। ਕਿੰਨੀ ਮਹਾਨ ਹੈ। ਤਾਂ ਇੱਥੇ ਗੱਲ ਨਿਮਰਤਾ ਦੀ ਕੀਤੀ ਜਾ ਰਹੀ, ਜਿਵੇਂ ਪਿੱਛੇ ਕਹਿਣ ਥਿਓ ਗਵਾਹੀ ਦੱਬ ਜਾਂ ਰੋੜਾ ਹੋਏ ਰੋ ਬਾਟਕਾ, ਕਿ ਜਿਹੜੀ ਨਿਮਰਤਾ ਹੈ ਇਹ ਬਹੁਤ ਚੰਗੀ ਹੈ। ਜੀਵਨ ਦਿਆਂ ਪੈਰਾਂ ਤੱਲੇ ਇਹ ਨਿਮਰਤਾ ਦੇ ਵਿੱਚ ਰਹਿੰਦਾ ਹੈ। ਮੁਇਆਂ ਉੱਪਰ ਹੋਏ, ਮੁਇਆਂ ਦਾ ਮਤਲਬ ਕਿ ਇਹਨੇ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਮਾਰਿਆ ਹੁੰਦਾ ਹੈ। ਬੰਨ ਉਠਾਈ ਜਿਹੜੀ ਪੋਟਲੀ, ਉਹਨੂੰ ਸੁੱਟ ਦਿੱਤਾ ਹੁੰਦਾ ਪਾਸੇ। ਇਸ ਲਈ ਉੱਪਰ ਹੋਏ ਦਾ ਮਤਲਬ ਸਭ ਤੋਂ ਉੱਤੇ ਹੋ ਜਾਂਦਾ ਹੈ। ਇਸ ਲਈ ਦੋ ਚੀਜ਼ਾਂ ਸਾਨੂੰ ਇੱਥੇ ਸਮਝਾਈਆਂ ਜਾ ਰਹੀਆਂ ਨੇ ਜ਼ਿੰਦਗੀ ਜੀਣ ਲਈ। ਇੱਕ ਤਾਂ ਨਿਮਰਤਾ ਵਿੱਚ ਰਹਿਣਾ ਹੈ, ਈਗੋ ਹੰਕਾਰ ਤੋਂ ਬਚਣਾ ਹੈ। ਨਿਮਰਤਾ ਵਿੱਚ ਰਹਿ ਕੇ ਹੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਮਿਠਾਸ ਹੈ ਨਿਮਰਤਾ ਵਿੱਚ, ਗੁਣ ਨੇ ਨਿਮਰਤਾ ਦੇ ਵਿੱਚ, ਚੰਗਿਆਈਆਂ ਨੇ ਨਿਮਰਤਾ ਦੇ ਵਿੱਚ, ਔਰ ਜ਼ਿੰਦਗੀ ਦਾ ਅਸਲ ਤੱਤ ਸਾਰ ਅਸਲੀਅਤ ਹੈ ਨਿਮਰਤਾ ਦੇ ਵਿੱਚ। ਇਸ ਲਈ ਨਿਮਰਤਾ ਵਿੱਚ ਰਹਿਣਾ ਹੈ। ਤੇ ਦੂਜੀ ਗੱਲ ਹੈ ਆਪਣੇ ਆਪੇ ਨੂੰ ਵਿਕਾਰਾਂ ਵੱਲੋਂ ਮਾਰਨਾ ਹੈ। ਆਪਣੇ ਵਿਕਾਰਾਂ ਵੱਲੋਂ ਮਰਨਾ ਹੈ। ਮਰਨਾ ਦਾ ਮਤਲਬ ਜਿੰਨੇ ਵੀ ਆ ਕਾਮ ਕ੍ਰੋਧ ਲੋਭ ਆਦਿਕ ਨੇ, ਇਹਨਾਂ ਦਾ ਤਿਆਗ, ਯਾਨੀ ਸ਼ੁਭ ਗੁਣਾਂ ਦੀ ਵਰਤੋਂ ਕਰਨੀ ਹੈ। ਤਾਂ ਫਿਰ ਬੰਦਾ ਮਹਾਨ ਹੋ ਜਾਂਦਾ ਹੈ, ਫਿਰ ਉਹ ਸਭ ਤੋਂ ਉੱਚਾ ਹੋ ਜਾਂਦਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा ना हूं, जब आपा पर का मिट गया जद देखो तब। मैं तू करदा तेरा ही रूप हो गया, मेरे विच मैं रही नहीं, वखेवा रहा ही नहीं। ਜਦੋਂ ਆਪਣੇ ਪਰਾਏ ਦੇ ਭੇਦ ਭਾਵ ਮਿਟ ਗਏ ਤਾਂ ਮੈਂ ਜਿੱਧਰ ਵੀ ਵੇਖਣਾ ਮੈਨੂੰ ਤੇਰਾ ਹੀ ਰੂਪ ਦਿਸਦਾ, ਕੋਈ ਬੇਗਾਨਾ ਨਜ਼ਰ ਹੀ ਨਹੀਂ ਪੈਂਦਾ। ਇਹ ਸਟੇਜ ਜਿਹੜੀ ਹੈ ਮਨੁੱਖ ਦੇ ਮਨ ਦੀ ਬਣ ਸਕਦੀ ਹੈ। ਅਗਲਾ ਬਚਨ ਕਰਦੇ ਨੇ, ਫਰੀਦਾ ਜਾਂ ਲੱਭ ਤਾਂ ਨਹੀਂ ਕਿਆ, ਲੱਭ ਤਾਂ ਕੂੜਾ ਨਹੀਂ, ਇੱਚਰ ਝੱਤ ਲੰਘਾਈ ਹੈ, ਛੱਪਰ ਟੁੱਟੈ ਮਹਿ। ਜਾਂ ਦਾ ਮਤਲਬ ਜਦੋਂ, ਨਹੀਂ ਕਿਆ, ਨਹੀਂ ਕਿਆ ਦਾ ਮਤਲਬ ਪਿਆਰ ਕਾਹਦਾ, ਲੱਭ ਦਾ ਮਤਲਬ ਖਾਣ ਪੀਣ ਦਾ ਜਿਹੜਾ ਲਾਲਚ ਹੈ, ਦੁਨਿਆਵੀ ਲਾਲਚ, ਕੋਈ ਸਵਾਰਥ। ਕੂੜਾ ਦਾ ਮਤਲਬ ਝੂਠਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ। ਜੇ ਰੱਬ ਦੇ ਨਾਲ ਪਿਆਰ ਵੀ ਹੈ ਔਰ ਉਹਦੇ ਵਿੱਚ ਕੋਈ ਲਾਲਚ ਵੀ ਹੈ, ਯਾਨੀ ਕਿਸੇ ਲਾਲਚ ਕਰਕੇ ਪਿਆਰ ਕਰ ਰਹੇ ਹਾਂ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਫਿਰ ਪਿਆਰ ਕਾਹਦਾ। ਲੱਭ ਤਾਂ ਕੂੜਾ ਨਹੀਂ, ਜੇ ਲਾਲਚ ਹੈ, ਸਵਾਰਥ ਹੈ, ਤਾਂ ਉਹ ਪਿਆਰ ਝੂਠਾ ਹੈ, ਉਹ ਸੱਚਾ ਪਿਆਰ ਨਹੀਂ ਹੈ। ਉਹ ਤਾਂ ਇਮੋਸ਼ਨਲ ਬਲੈਕਮੇਲ ਕਰਨ ਵਾਲੀ ਗੱਲ ਹੈ, ਉਹ ਇੱਕ ਠੱਗੀ ਹੈ। ਉਹ ਪਿਆਰ ਪਿਆਰ ਨਹੀਂ, ਉਹ ਧੋਖਾ ਹੈ। ਉਹ ਪਿਆਰ ਦਾ ਡਰਾਮਾ ਹੈ, ਪਿਆਰ ਨਹੀਂ। ਇਹ ਚੀਜ਼ ਨੂੰ ਥੋੜਾ ਜਿਹਾ ਅਸੀਂ ਸਮਝਣ ਦੀ ਟਰਾਈ ਕਰਨੀ। ਮੰਨ ਲਓ ਸਪੋਜ਼ ਮੈਨੂੰ ਤੁਹਾਡੇ ਤੋਂ ਕੋਈ 2-4 ਹਜ਼ਾਰ ਪਾਉਂਡ ਦੀ ਜ਼ਰੂਰਤ ਹੈ ਤੇ ਮੈਂ ਤੁਹਾਡੇ ਨਾਲ ਪਿਆਰ ਪਾ ਰਿਹਾ। ਕਾਦੇ ਵਾਸਤੇ? ਕਿ ਇਹਨਾਂ ਤੋਂ ਕੋਈ 4000 ਪਾਉਂਡ ਲਵਾਂਗਾ, ਇਸ ਕਰਕੇ ਪਿਆਰ ਪਾ ਰਿਹਾ, 4000 ਪਾਉਂਡ ਕਰਕੇ। ਤਾਂ ਜੇ ਤੁਸੀਂ ਉਹ ਪਾਉਂਡ ਮੈਨੂੰ ਨਾ ਦਿੱਤਾ ਤਾਂ ਪਿਆਰ ਨੇ ਟੁੱਟ ਜਾਣਾ, ਕਿਉਂਕਿ ਪਿਆਰ ਤੇ ਹੈ ਹੀ ਨਹੀਂ ਸੀ, ਪਾਉਂਡਾਂ ਵਾਸਤੇ ਸੀ। ਉਹ ਤੁਸੀਂ ਨਾ ਕਰਤੀ, ਤੁਸੀਂ ਆਪਣੇ ਘਰ, ਮੈਂ ਆਪਣੇ ਘਰ। ਤੇ ਜੇ ਤੁਸੀਂ ਪਾਉਂਡ ਮੈਨੂੰ 4000 ਦੇ ਦਿੱਤੇ, ਪਿਆਰ ਤਾਂ ਵੀ ਟੁੱਟ ਜਾਣਾ, ਕਿਉਂਕਿ ਪਿਆਰ ਤੇ ਹੈ ਹੀ ਨਹੀਂ ਸੀ, ਸਿਰਫ 4000 ਪਾਉਂਡ ਦੀ ਲੋੜ ਸੀ, ਉਹ ਮੇਰੀ ਪੂਰੀ ਹੋ ਗਈ, ਹੁਣ ਵਾਪਸ ਮੈਂ ਨਹੀਂ ਕਰਨਾ। ਇੰਡੀਆ ਦੇ ਅੰਦਰ ਅੱਧੇ ਤੋਂ ਜ਼ਿਆਦਾ ਰਿਸ਼ਤੇ ਉਧਾਰ ਦਿੱਤੇ ਹੋਏ ਪੈਸੇ ਵਾਪਸ ਮੰਗਣ ਕਰਕੇ ਟੁੱਟ ਜਾਂਦੇ ਨੇ। ਬਹੁਤੇ ਸਾਡੇ ਰਿਸ਼ਤੇ ਆਪਣੇ ਹੀ ਉਧਾਰ ਦਿੱਤੇ ਹੋਏ ਪੈਸੇ ਵਾਪਸ ਮੰਗਣ ਕਰਕੇ ਟੁੱਟ ਜਾਂਦੇ ਨੇ। ਇਸ ਲਈ ਜਿੱਥੇ ਲਾਲਚ ਹੈ ਉੱਥੇ ਪਿਆਰ ਨਹੀਂ ਹੈ।
ਤੇ ਜਿੱਥੇ ਲਾਲਚ ਹੈ ਨਾ, ਤੇ ਅਸੀਂ ਕਹਿੰਦੇ ਆ ਪਿਆਰ ਹੈ, ਉਹ ਪਿਆਰ ਝੂਠਾ ਹੈ, ਕਿਉਂਕਿ ਪਿਆਰ ਤੇ ਹੈ ਹੀ ਨਹੀਂ, ਪ੍ਰੇਮ ਤਾਂ ਹੈ ਨਹੀਂ, ਲੋੜ ਕਰਕੇ ਹੈ। ਇਹ ਤਾਂ ਹੈ ਇੱਕ ਦੁਨਿਆਵੀ ਮਿਸਾਲ। ਹੁਣ ਆਪਾਂ ਪ੍ਰੇਮ ਦੀ ਪਰਿਭਾਸ਼ਾ ਲਿਖੀ ਸੀ ਨਾ ਪਿੱਛੇ, ਕਿ ਨਿਸਵਾਰਥ ਔਰ ਸ਼ੁਭ ਭਾਵਨਾਵਾਂ ਦੇ ਨਾਲ ਕੀਤੇ ਹੋਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਹੁਣ ਮੈਂ ਤੁਹਾਡੇ ਨਾਲ ਪ੍ਰੇਮ ਕਰ ਰਿਹਾ ਪਰ ਮੇਰੀਆਂ ਭਾਵਨਾਵਾਂ ਸ਼ੁਭ ਨਹੀਂ, ਤਾਂ ਉਹ ਠੱਗੀ ਹੋਏਗੀ, ਡਰਾਮਾ ਹੈ ਪ੍ਰੇਮ ਦਾ। ਤੇ ਜੇ ਮੇਰੇ ਅੰਦਰ ਸਵਾਰਥ ਹੈ ਤੇ ਮੈਂ ਪ੍ਰੇਮ ਦਾ ਪ੍ਰਗਟਾਵਾ ਕਰ ਰਿਹਾ, ਤਾਂ ਉਹ ਪ੍ਰੇਮ ਨਹੀਂ, ਉਹ ਡਰਾਮਾ ਹੈ, ਉਹ ਵਿਖਾਵਾ ਹੈ। ਇਸੇ ਤਰ੍ਹਾਂ ਹੁਣ ਇਹ ਤੇ ਹੋ ਗਈ ਦੁਨਿਆਵੀ ਮਿਸਾਲਾਂ। ਹੁਣ ਐਵੇਂ ਹੀ ਰੱਬ ਦੇ ਨਾਲ ਵੀ ਜੇ ਲਾਲਚ ਕਰਕੇ ਅਸੀਂ ਪ੍ਰੇਮ ਕਰ ਰਹੇ ਹਾਂ, ਜਿਵੇਂ ਆਪਾਂ ਆਮ ਮਿਸਾਲ ਦਿੰਨੇ ਆ ਨਾ, ਉਹ ਕੋਈ ਬੰਦਾ ਸੀ ਤੇ ਅਰਦਾਸ ਕਰ ਰਿਹਾ ਸੀ ਪੀਰ ਬਾਬੇ ਅੱਗੇ, ਤੇ ਪੀਰ ਬਾਬਾ 100 ਰੁਪਇਆ ਉਹਨੇ ਰੱਖਿਆ ਸੀ, ਪੀਰ ਬਾਬਾ ਆ 100 ਰੁਪਏ ਦਾ ਮੈਂ ਪ੍ਰਸ਼ਾਦ ਕਰਾਉਣ ਲੱਗਾ, ਮੈਨੂੰ ਟਰੈਕਟਰ ਦੇ। ਤੇ ਕੋਲ ਇੱਕ ਬੰਦਾ ਬੈਠਾ ਸੀ, ਕਹਿੰਦਾ ਚਵਾਨੀ ਹੋਰ ਪਾ ਤੇ ਟਰਾਲੀ ਵੀ ਨਾਲ ਹੀ ਲੈ ਜਾ, ਫਿਰ ਟਰਾਲੀ ਲੈਣ ਆਏਗਾ। ਹੁਣ 100 ਰੁਪਏ ਚ ਟਰੈਕਟਰ ਮਿਲ ਸਕਦਾ ਹੈ? ਇਹ ਪਾਗਲ ਬਣਾਉਣ ਵਾਲੀ ਗੱਲ ਹੀ ਨਾ। ਟਰੈਕਟਰ ਵੀ ਸਵਾ ਵੀ ਤਾਂ ਚੜਾਵਾਂਗਾ ਜੇ ਪਹਿਲਾਂ ਟਰੈਕਟਰ ਨਿਕਲੇਗਾ, ਟਰੈਕਟਰ ਮਿਲੇਗਾ। ਬਾਬਾ ਮੇਰੀ ਲੱਖ ਰੁਪਏ ਦੀ ਲਾਟਰੀ ਕੱਢ, ਫਿਰ ਮੈਂ 100 ਰੁਪਏ ਦੇ ਪਤਾਸੇ ਚੜਾਂਗਾ। ਯਾਨੀ ਬਾਬਾ 100 ਦੇ ਪਤਾਸੇ ਖਾ ਕੇ ਮੁੱਕਰ ਜਾਏ, ਕੱਢੇ ਹੀ ਨਾ ਲੱਖ ਦੀ ਲਾਟਰੀ। ਤਾਂ ਪ੍ਰੇਮ ਥੋੜਾ ਹੈ। ਹੁਣ ਤੁਸੀਂ ਆਪਣੇ ਸਮਾਜ ਵੱਲ, ਸੰਸਾਰ ਵੱਲ, ਧਰਮੀ ਬੰਦਿਆਂ ਵੱਲ ਇੱਕ ਝਾਤ ਮਾਰ ਕੇ ਵੇਖੋ, ਆਪਣੇ ਨਿੱਜੀ ਤਜਰਬੇ ਦੀ ਵਰਤੋਂ ਕਰਕੇ ਵੇਖੋ ਕਿ ਅਸਲੀਅਤ ਇਹੋ ਹੀ ਨਹੀਂ। ਪ੍ਰੇਮ ਤੇ ਸਮਰਪਣ ਦਾ ਨਾਮ ਸੀ। ਪ੍ਰੇਮ ਵਾਸਤੇ ਤਾਂ ਪਹਿਲੀ ਸ਼ਰਤ ਹੀ ਇਹ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਨ ਨਾ ਕੀਜੈ। ਇੱਥੇ ਲੱਖ ਦੀ ਲਾਟਰੀ ਕਢਾਉਣ ਲਈ, ਇੱਥੇ ਤੇ ਸਿਰ ਦੇਣ ਵਾਸਤੇ ਆਉਣਾ। ਜੇ ਤੈਨੂੰ ਪ੍ਰੇਮ ਖੇਲਣ ਦਾ ਚਾਹ ਹੈ ਨਾ, ਸ਼ੌਕ ਹੈ, ਤਾਂ ਆਪਣੇ ਘਰੋਂ ਹੀ ਸਿਰ ਤਲੀ ਤੇ ਧਰ ਲਈ। ਮਤਲਬ ਆਪਣੀ ਈਗੋ ਨੂੰ ਖਤਮ ਕਰ ਦੇਣਾ। ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ। ਰੱਬ ਨਾਲ ਅਸਲ ਪਿਆਰ ਨਹੀਂ ਹੈ ਜੇਕਰ ਲਾਲਚ ਹੈ, ਤੇ ਜੇ ਲਾਲਚ ਵੀ ਹੈ ਤੇ ਪਿਆਰ ਵੀ ਵਿਖਾ ਰਿਹਾ, ਤਾਂ ਉਹ ਪਿਆਰ ਝੂਠਾ ਹੈ, ਉਹ ਪਿਆਰ ਡਰਾਮਾ ਹੈ, ਧੋਖਾ ਹੈ। ਇੱਚਰ ਝੱਤ ਲੰਘਾਈ ਹੈ, ਛੱਪਰ ਟੁੱਟੇ ਮਹਿ। ਇਹ ਛੱਪਰ ਲਿਖਿਆ ਨਾ, ਛੱਪਰ, ਇਹਨੂੰ ਪੜਨਾ ਹੈ ਛੱਪਰ। ਇੱਚਰ ਦਾ ਮਤਲਬ, ਇਹਨੂੰ ਕਿਚਰ ਨਹੀਂ ਪੜਨਾ, ਕਿਚਰ, ਕਿਚਰ। ਝੱਤ, ਝੱਤ ਦਾ ਮਤਲਬ ਹੁੰਦਾ ਹੈ ਝੱਟ ਲੰਘਾਣਾ, ਟਾਈਮ ਪਾਸ ਕਰਨਾ, ਸਮਾਂ ਬਿਤਾਣਾ। ਝੱਤ ਦਾ ਮਤਲਬ ਸਮਾਂ। ਛੱਪਰ ਟੁੱਟਿਆ ਹੋਵੇ, ਛੱਪਰ ਟੁੱਟਿਆ ਹੋਵੇ, ਮਗੋਰੇ ਹੋਣ ਤੇ ਮੀਂਹ ਪੈਣ ਲੱਗ ਜਾਏ, ਤੇ ਕਿੰਨਾ ਕੁ ਸਮਾਂ ਤੁਹਾਡਾ ਉੱਥੇ ਲੰਘੇਗਾ ਵੀ ਤੁਹਾਡੇ ਕੱਪੜੇ ਨਾ ਭਿੱਜਣ, ਜਿਹੜਾ ਛੱਪਰ ਦੇ ਅੰਦਰ ਸਮਾਨ ਪਿਆ ਹੈ ਉਹ ਨਾ ਭਿੱਜੇ? ਕਿੰਨਾ ਕੁ ਚਿਰ? ਇੱਕ ਪਲ ਵੀ ਨਹੀਂ, ਕਿਉਂਕਿ ਮਗੋਰੇ ਨੇ ਨਾਲ ਦੇ ਨਾਲ ਪਾਣੀ ਟਪਕਣ ਲੱਗ ਜਾਣਾ ਹੈ। ਤੁਸੀਂ ਉੱਥੇ ਇੱਕ ਪਲ ਵੀ ਨਹੀਂ ਕੱਢ ਸਕਦੇ, ਨਿਕਲਣਾ ਹੀ ਨਹੀਂ ਟਾਈਮ। ਟੁੱਟੇ ਹੋਏ ਛੱਪਰ ਉੱਤੇ ਮੀਂਹ ਪੈਂਦਿਆਂ ਕਦ ਤਾਈਂ ਸਮਾਂ ਨਿਕਲੇਗਾ? ਭਾਵ ਜਦੋਂ ਦੁਨੀਆ ਵਾਲੀ ਪ੍ਰੀਤ, ਦੁਨੀਆ ਵਾਲੀ ਜਿਹੜੀ ਗਰਜ ਹੈ ਪੂਰੀ ਨਾ ਹੋਈ, ਤਾਂ ਪਿਆਰ ਟੁੱਟ ਜਾਏਗਾ। ਜੇ ਦੁਨੀਆ ਵਾਲੀ ਗਰਜ ਪੂਰੀ ਨਾ ਹੋਈ, ਛੱਪਰ ਥੱਲੇ ਤੁਸੀਂ ਬੈਠੇ ਹੋ, ਛੱਪਰ ਦਾ ਸਹਾਰਾ ਤੇ ਤਾਂ ਲਿਆ ਕਿ ਅਸੀਂ ਬਰਸਾਤ ਤੋਂ ਬਚਾਂਗੇ, ਤੇ ਉਧਰੋਂ ਮੀਂਹ ਪੈਣ ਲੱਗ ਜਾਏ ਤੇ ਛੱਪਰ ਦੇ ਵਿੱਚ ਮਗੋਰੇ ਹੋਣ, ਤੇ ਤੁਸੀਂ ਛੱਪਰ ਨੂੰ ਨਾਲ ਹੀ ਛੱਡ ਕੇ ਚੱਲੋਗੇ ਕਿਤੇ ਹੋਰ ਚਲੀਏ, ਕਿਉਂਕਿ ਲੋੜ ਨਹੀਂ ਨਾ ਗਰਜ ਪੂਰੀ ਹੋਈ। ਇਸੇ ਤਰ੍ਹਾਂ ਜੇ ਕਿਸੇ ਗਰਜ ਕਰਕੇ ਪਿਆਰ ਪਾਓਗੇ, ਤਾਂ ਜਦੋਂ ਉਹ ਗਰਜ ਪੂਰੀ ਨਾ ਹੋਈ, ਪਿਆਰ ਟੁੱਟੇਗਾ। ਇਸੇ ਕਰਕੇ ਦੁਨੀਆ ਦੇ ਰਿਸ਼ਤੇ ਬਿਖਰ ਗਏ ਨੇ, ਇਸੇ ਕਰਕੇ ਪਰਿਵਾਰ ਟੁੱਟ ਗਏ ਨੇ, ਇਸੇ ਕਰਕੇ ਇਨਸਾਨੀਅਤ ਦੇ ਅੰਦਰ ਦਰਾਰਾਂ ਪੈ ਗਈਆਂ ਨੇ, ਇਸੇ ਕਰਕੇ ਹਰ ਥਾਂ ਦੇ ਉੱਤੇ ਰੱਬ ਹੁੰਦਾ ਹੋਇਆ ਵੀ ਅਸੀਂ ਉਹਨੂੰ ਵੇਖ ਨਹੀਂ ਪਾਏ। ਕਿਉਂ? ਕਿ ਗਰਜਾਂ, ਸਾਡੀਆਂ ਆਪਣੀਆਂ ਲੋੜਾਂ, ਸਾਡੇ ਆਪਣੇ ਲਾਲਚ, ਔਰ ਜਿੱਥੇ ਲਾਲਚ ਹੈ ਉੱਥੇ ਭਾਈ ਪਿਆਰ ਨਹੀਂ ਹੈ। ਇਸ ਲਈ ਪਿਆਰ ਦੀਆਂ 4 ਸ਼ਰਤਾਂ ਆਪਾਂ ਪਹਿਲੋਂ ਵਿਚਾਰ ਚੁੱਕੇ ਹਾਂ।
ਪ੍ਰੇਮ ਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਈਗੋ ਦਾ ਤਿਆਗ, ਪਰੇ ਪਲਸ ਮ। ਜਿੱਥੋਂ ਈਗੋ ਮੁੱਕਦੀ ਹੈ ਉਥੋਂ ਪ੍ਰੇਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਪ੍ਰੇਮ ਦੀ ਦੂਜੀ ਸ਼ਰਤ ਹੈ ਨਿਸਵਾਰਥ, ਪ੍ਰੇਮ ਦੀ ਤੀਜੀ ਸ਼ਰਤ ਹੈ ਤਿਆਗ, ਤੇ ਪ੍ਰੇਮ ਦੀ ਚੌਥੀ ਸ਼ਰਤ ਹੈ ਪਾਰਦਰਸ਼ੀ ਮਿਲਵਰਤਨ, ਕੁਝ ਵੀ ਲੁਕਾ ਛਿਪਾ ਨਹੀਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਨਿਸਵਾਰਥ ਔਰ ਸ਼ੁਭ ਭਾਵਨਾਵਾਂ ਦੇ ਨਾਲ ਕੀਤੇ ਗਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਇਸ ਲਈ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜੇ ਤੇਰੇ ਅੰਦਰ ਲਾਲਚ ਵੀ ਹੈ ਤਾਂ ਤੂੰ ਉਹ ਰੱਬ ਦੇ ਨਾਲ ਤੂੰ ਪਿਆਰ ਵੀ ਵਿਖਾ ਰਿਹਾ ਹੈ, ਤਾਂ ਫਿਰ ਤੇਰਾ ਉਹ ਪਿਆਰ ਝੂਠਾ ਹੈ, ਉਹ ਪਿਆਰ ਤੇਰਾ ਨਿਭਣਾ ਨਹੀਂ। ਜਿਵੇਂ ਟੁੱਟੇ ਹੋਏ ਛੱਪਰ ਦੇ ਥੱਲੇ ਬਰਸਾਤ ਪੈਣ ਲੱਗ ਜਾਏ ਤਾਂ ਬਹੁਤਾ ਸਮਾਂ ਨਹੀਂ ਲੰਘਦਾ, ਇਸੇ ਤਰ੍ਹਾਂ ਜੇ ਤੇਰਾ ਲਾਲਚ ਪੂਰਾ ਨਾ ਹੋਇਆ ਤਾਂ ਫਿਰ ਤੇਰਾ ਉਹ ਪ੍ਰੇਮ ਅੱਜ ਵੀ ਟੁੱਟੇਗਾ, ਕੱਲ ਵੀ ਟੁੱਟੇਗਾ। ਤਾਂ ਪ੍ਰਭੂ ਦੇ ਨਾਲ ਪ੍ਰੇਮ ਦਾ ਮਤਲਬ ਸਮਰਪਣ ਦੀ ਗੱਲ ਹੈ। ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਆਤਮ ਸਮਰਪਣ ਕਰਨ ਦਾ ਨਾਮ ਪ੍ਰੇਮ ਹੈ। ਪ੍ਰੇਮ ਨਿਸਵਾਰਥ ਹੈ, ਪ੍ਰੇਮ ਤਿਆਗ ਹੈ, ਪ੍ਰੇਮ ਪਾਰਦਰਸ਼ੀ ਮਿਲਵਰਤਨ ਹੈ, ਪ੍ਰੇਮ ਈਗੋ ਦਾ ਤਿਆਗ ਹੈ, ਔਰ ਪ੍ਰੇਮ ਤਾਂ ਉਸ ਮਾਲਕ ਦਾ ਰੂਪ ਹੋ ਜਾਣ ਦਾ ਹੀ ਨਾਮ ਹੈ। ਤਾਂ ਅੱਜ ਦੇ ਜੋ ਅਸੀਂ ਸ਼ਲੋਕ ਵਿਚਾਰੇ ਨੇ, ਇਹਨਾਂ ਸ਼ਲੋਕਾਂ ਦੇ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਸਵਾਲ ਪੁੱਛ ਸਕਦਾ ਹੈ। ਤੇ ਜੇ ਆਪ ਅੱਜ ਦੀ ਵਿਚਾਰ ਵਿੱਚ ਕੋਈ ਆਪਣੇ ਵਿਊਜ਼ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਦੇ ਸਕਦੇ ਹੋ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ ਕਲਾਸ ਦੀ, ਤੇ ਉਹਨਾਂ ਨੂੰ ਵੀ ਬਾਰ-ਬਾਰ ਕਹਿਣਾ ਪੈਂਦਾ ਹਰ ਰੋਜ਼ ਕਿ ਅਨਮਿਊਟ ਹੋ ਜਾਓ, ਕਹਿਣਾ ਨਾ ਪਵੇ। ਜਿਨ੍ਹਾਂ ਨੇ ਕੋਈ ਸਵਾਲ ਪੁੱਛਣਾ ਹੁੰਦਾ ਹੈ ਜਾਂ ਕੋਈ ਵਿਚਾਰ ਦੇਣੇ ਹੁੰਦੇ ਨੇ ਉਹ ਆਪੇ ਹੀ ਅਨਮਿਊਟ ਹੋ ਜਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ